ਅੰਮ੍ਰਿਤ ਗਿਆਨ ਹੈ, ਮਾਣਿਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ, ਤੇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪੰਜ ਤੱਤ ਕੋ ਜਗ ਵਿਸਤਾਰਾ, ਤਿਲਕੀ ਭਗਤੀ ਕਾਰ ਕਰਾਰਾ। ਜਬ ਕਾਰਨ ਹੀ ਰਹਿਓ ਵਿਨਾਸ਼ਾ, ਕਾਜ ਸਿਰਦੇ ਕੀ ਕਿਤ ਆਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਸਾਂ ਪਾਤਸ਼ਾਹੀਆਂ ਦੀ ਜੋਤ, ਤਖਤ ਚੌਰ ਛਤਰ ਦੇ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੀ ਮਹਾਨ ਕਿਰਪਾ ਰਹਿਮਤ ਦਾ ਸਦਕਾ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਦਰਬਾਰ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਗੁਰੂ ਚਰਨਾਂ ਦੀ ਹਾਜ਼ਰੀ ਭਰ ਰਹੀ ਗੁਰੂ ਕੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀਓ, ਮਹਾਰਾਜ ਸਾਹਿਬ ਜੀ ਨੇ ਕਿਰਪਾ ਕੀਤੀ ਹੈ। ਸਤ ਸੰਗਤ ਦਾ ਅਮੋਲਕ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਲੜੀਵਾਰ ਰੂਪ ਵਿੱਚ ਸਤਿਗੁਰੂ ਦਸ਼ਮੇਸ਼ ਪਿਤਾ, ਅੰਮ੍ਰਿਤ ਕੇ ਦਾਤੇ, ਪੰਥ ਕੇ ਵਾਲੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੇ ਪਾਵਨ ਇਤਿਹਾਸ ਦੀ ਗਾਥਾ ਸਰਵਣ ਕਰ ਰਹੇ ਹਾਂ। ਜਿਵੇਂ ਮਹਾਰਾਜ ਸਾਹਿਬ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰਤਾ ਗੱਦੀ ਦਾ ਤਖਤ ਬਖਸ਼ਿਸ਼ ਕੀਤਾ, ਇਹ ਪ੍ਰਸੰਗ ਆਪਾਂ ਕੱਲ੍ਹ ਦੇ ਦੀਵਾਨ ਦੇ ਵਿੱਚ ਸਰਵਣ ਕੀਤਾ ਹੈ ਕਿ ਮਹਾਰਾਜ ਸਾਹਿਬ ਜੀ ਨੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਕਰਵਾਇਆ। ਭਾਈ ਮਣੀ ਸਿੰਘ ਸਾਹਿਬ ਜੀ ਨੂੰ ਚੌਰ ਬਰਦਾਰ ਲਾਇਆ, ਉਹ ਚੌਰ ਕਰਨ ਦੀ ਸੇਵਾ ਕਰਦੇ ਹਨ। ਸਨਮੁਖ ਪੰਜ ਸਿੰਘ ਤਾਬਿਆ ਸੇਵਾ 'ਚ ਹਾਜ਼ਰ ਕੀਤੇ। ਭਾਈ ਧਰਮ ਸਿੰਘ ਜੀ, ਭਾਈ ਹਰ ਸਿੰਘ ਜੀ, ਭਾਈ ਸੰਤੋਖ ਸਿੰਘ ਜੀ, ਭਾਈ ਗੁਰਬਖਸ਼ ਸਿੰਘ ਜੀ, ਭਾਈ ਦੀਪ ਸਿੰਘ ਜੀ। ਤੋ ਇਸ ਤਰ੍ਹਾਂ ਇਹ ਪੰਜ ਸਿੰਘ ਮਹਾਰਾਜ ਸਾਹਿਬ ਜੀ ਨੇ ਸਨਮੁਖ ਸੇਵਾ ਦੇ ਵਿੱਚ ਹਾਜ਼ਰ ਕੀਤੇ ਹਨ। 5 ਪੈਸੇ ਨਾਲੀਰ ਲੈ ਕੇ ਗਾਤਰੇ ਵਾਲੀ ਵੱਡੀ ਸ੍ਰੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਪਰਿਕਰਮਾ ਕਰਕੇ 5 ਪੈਸੇ ਨਾਲੀਰ ਤੇ ਸ੍ਰੀ ਸਾਹਿਬ ਭੇਟ ਕਰਕੇ ਆਪ ਜੀ ਨੇ ਨਮਸਕਾਰ ਕੀਤੀ, ਮੱਥਾ ਟੇਕਿਆ। ਆਪਣੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਸੁਭਾਈਮਾਨ ਕੀਤੀ ਤੇ ਖਾਲਸੇ ਨੂੰ ਇਹ ਆਗਿਆ ਕੀਤੀ ਕਿ ਸਿੰਘੋ, ਆਗਿਆ ਭਈ ਅਕਾਲ ਕੀ, ਤਬੈ ਚਲਾਇਓ ਪੰਥ। ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। गुरु ग्रंथ जी मान्यो, प्रगट गुरां की देह। जो प्रभ को मिलबो चाहे, खोज शब्द मैं ले। ये वचन महाराज साहब जी ने फरमाए कि अकाल पुरख वाहिगुरू जी की आग्या दे नाल खालसा पंथ साजिया है। सारे सिखां नूं साडा हुक्म है, अज तो तुहाडे सतगुरु श्री गुरु ग्रंथ साहिब महाराज जी हैं। ये साडा स्वरूप जानना श्री गुरु ग्रंथ साहिब जी।
ਸਾਡੀ ਜੋਤ ਅੱਜ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸੁਭਾਈਮਾਨ ਹੈ। ਸਾਡੀ ਆਤਮਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹੈ। ਐਸੇ ਬਚਨ ਮਹਾਰਾਜ ਸਾਹਿਬ ਜੀ ਨੇ ਕੀਤੇ। ਨਾਲ ਸਿੰਘਾਂ ਨੂੰ ਵੀ ਵਡਿਆਈ ਦਿੱਤੀ। ਆਖਿਆ ਸਾਡਾ ਸਰੀਰ ਖਾਲਸੇ ਪੰਥ ਦੇ ਵਿੱਚ ਹੈ। ਮਹਾਰਾਜ ਸਾਹਿਬ ਜੀ ਨੇ ਚਮਕੌਰ ਦੀ ਗੜ੍ਹੀ ਦੇ ਵਿੱਚ 5 ਸਿੰਘਾਂ ਨੂੰ ਵੀ ਸਾਧ ਸੰਗਤ ਜੀ ਗੁਰਿਆਈ ਦਿੱਤੀ ਸੀ। ਇਤਿਹਾਸ ਦੇ ਵਿੱਚ ਬਚਨ ਆਇਆ ਹੈ, ਜਿਵੇਂ ਸ੍ਰੀ ਅਬਚਲ ਨਗਰ ਹਜੂਰ ਸਾਹਿਬ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਗੁਰਤਾ ਗੱਦੀ ਦਿੱਤੀ ਨਾ, ਇਸੇ ਤਰ੍ਹਾਂ 8 ਪੋਹ ਦੀ ਰਾਤ ਨੂੰ ਚਮਕੌਰ ਗੜ੍ਹੀ ਛੱਡਣ ਲੱਗਿਆਂ ਮਹਾਰਾਜ ਸਾਹਿਬ ਜੀ ਨੇ 5 ਸਿੰਘਾਂ ਦੀਆਂ ਪਰਿਕਰਮਾ ਕਰਕੇ, ਕਲਗੀ ਜਿਗਾ ਦੇ ਕਰਕੇ, ਸ਼ਸਤਰ ਦੇ ਕਰਕੇ, ਉਸ ਵੇਲੇ 5 ਸਿੰਘਾਂ ਨੂੰ ਵੀ ਮਹਾਰਾਜ ਸਾਹਿਬ ਜੀ ਨੇ ਐਸੇ ਬਚਨ ਕਹੇ ਸੀ, ਜਿਹੜੇ ਬਚਨ ਕਦੀ ਆਨੰਦਪੁਰ ਸਾਹਿਬ ਵੀ ਆਪ ਜੀ ਨੇ ਖਾਲਸੇ ਦੀ ਸਾਜਨਾ ਕਰਦਿਆਂ ਹੋਇਆਂ ਕੀਤੇ ਸਨ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮਹਿ ਹਉ ਕਰੋ ਨਿਵਾਸ। ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮਾ ਕੀ ਮੌਜ। ਤਾਂ ਮਹਾਰਾਜ ਸਾਹਿਬ ਜੀ ਨੇ ਬਚਨ ਕਹੇ ਕਿ ਸਿੰਘੋ, ਕਿਉਂਕਿ ਸਾਰੇ ਸਿੰਘ ਬਹੁਤ ਵੈਰਾਗ ਦੇ ਵਿੱਚ ਸਨ। ਮਹਾਰਾਜ ਆਪ ਜੀ ਦੇ ਬਚਨ ਸੁਣਦੇ ਸਾਂ, ਆਪ ਜੀ ਦੇ ਨਾਲ ਗੱਲਬਾਤ ਕਰਦੇ ਸਾਂ, ਉਹ ਕਿਵੇਂ ਕਰਿਆ ਕਰਾਂਗੇ। ਤੇ ਗਰੀਬ ਨਵਾਜ ਨੇ ਆਖਿਆ, ਜੋ ਮਮ ਬਚਨ ਸੁਣਨ ਕੀ ਚਾਏ, ਗੁਰੂ ਗ੍ਰੰਥ ਸੁਣੇ ਚਿਤ ਲਾਏ। ਜਿਨ੍ਹਾਂ ਦੇ ਮਨ ਵਿੱਚ ਚਾਹ ਹੈ ਮੇਰੇ ਬਚਨ ਸੁਣਨ ਦਾ, ਮੇਰੇ ਨਾਲ ਗੱਲਾਂ ਕਰਨ ਦਾ, ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹੇ, ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸੁਣੇ, ਉਹ ਸਾਡੀ ਉਚਾਰਨ ਕੀਤੀ ਹੋਈ ਬਾਣੀ ਦਾ ਪਾਠ ਪਠਨ ਕਰੇ। ਤੋ ਮਹਾਰਾਜ ਸਾਹਿਬ ਜੀ ਨੇ ਐਸੀ ਬਖਸ਼ਿਸ਼ ਕੀਤੀ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ। ਤੇ ਫਿਰ ਖਾਲਸੇ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾ ਕੇ ਹੋਰ ਬੇਅੰਤ ਸਿੱਖਿਆ ਦਿੱਤੀ, ਕਿਉਂਕਿ ਜੋ ਮਹਾਰਾਜ ਸਾਹਿਬ ਜੀ ਨੇ ਸਿੱਖਿਆ ਦਿੱਤੀ ਆ ਉਹ 52 ਹੁਕਮ, ਜੋ 52 ਬਚਨ ਹੈ ਨਾ, ਆਮ ਹੀ ਛਾਪ ਕੇ ਗੁਰੂ ਕੇ ਸਿੰਘ ਵੰਡਦੇ ਹਨ। ਪਿਛਲੇ ਦਿਨਾਂ ਦੇ ਵਿੱਚ ਸ੍ਰੀ ਅਬਚਲ ਨਗਰ ਹਜੂਰ ਸਾਹਿਬ, ਉੱਥੋਂ ਸਾਧ ਸੰਗਤ ਜੀ ਉਹ ਛਾਪ ਕੇ 52 ਬਚਨ ਮਹਾਰਾਜ ਦੇ ਵੰਡੇ ਗਏ। ਆਮ ਵੀ ਸੰਗਤਾਂ ਉਹ ਛਾਪ ਕੇ ਵੰਡਣ ਦੀ ਸੇਵਾ ਕਰਦੀਆਂ ਹਨ। ਉਹਦੇ ਵਿੱਚ ਮਹਾਰਾਜ ਸਾਹਿਬ ਜੀ ਦੇ ਇੱਕ ਇੱਕ ਅਮੋਲਕ ਬਚਨ, ਜੋ ਗਰੀਬ ਨਵਾਜ ਸਾਹਿਬ ਜੀ ਨੇ ਇਹ ਜੋਤੀ ਜੋ ਸਮਾਉਣ ਤੋਂ ਪਹਿਲਾਂ ਖਾਲਸੇ ਨੂੰ ਬਚਨ ਕੀਤੇ, ਸਿੱਖਿਆ ਦਿੱਤੀ। ਬਹੁਤ ਵੱਡੀ ਸਿੱਖਿਆ ਗਰੀਬ ਨਵਾਜ ਸਾਹਿਬ ਜੀ ਨੇ ਦਿੱਤੀ। ਸਤਿਗੁਰਾਂ ਦੀ ਭਾਵੇਂ ਸਾਰੀ ਬਾਣੀ ਇੱਕ ਇੱਕ ਅੱਖਰ ਸਿੱਖਿਆਦਾਇਕ ਹੈ, ਪਰ ਜੋਤੀ ਜੋ ਸਮਾਉਣ ਲੱਗਿਆਂ ਕਲਗੀਧਰ ਪਾਤਸ਼ਾਹ ਜੀ ਨੇ ਸੱਚਖੰਡ ਪਿਆਨਾ ਕਰਨ ਤੋਂ ਪਹਿਲਾਂ ਖਾਲਸੇ ਨੂੰ ਬੇਅੰਤ ਸਿੱਖਿਆ ਬਖਸ਼ਿਸ਼ ਕੀਤੀ। ਤਾਂ ਫਿਰ ਮਹਾਰਾਜ ਸਾਹਿਬ ਜੀ ਨੇ ਜਿਵੇਂ ਆਖਿਆ ਵੀ ਸਿੰਘੋ, ਇਹ ਨੇਤ ਐਸੀ ਰਚੀ ਹੋਈ ਆ ਪਰਮੇਸ਼ਰ ਵਾਹਿਗੁਰੂ ਜੀ ਨੇ, ਐਸਾ ਨਿਯਮ ਬਣਾਇਆ ਹੋਇਆ, ਐਸੀ ਭਾਵੀ ਹੈ ਕਿ ਜੋ ਵੀ ਸੰਸਾਰ ਦੇ ਵਿੱਚ ਸਰੀਰ ਕਰਕੇ ਆਇਆ ਹੈ, ਉਹਨੂੰ ਸਰੀਰ ਕਰਕੇ ਉਹ ਜਾਣਾ ਹੀ ਪੈਂਦਾ ਹੈ। ਸਰੀਰ ਕਰਕੇ ਸਦਾ ਕੋਈ ਇੱਥੇ ਨਹੀਂ ਰਹਿੰਦਾ। ਤਾਂ ਮਹਾਰਾਜ ਸਾਹਿਬ ਜੀ ਜਿਵੇਂ ਇਹ ਸਿੱਖਿਆ ਦੇ ਰਹੇ ਆ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਜੋਤੀ ਜੋ ਸਮਾਉਣ ਦੀ ਪੂਰੀ ਤਿਆਰੀ ਹੈ, ਸੱਚਖੰਡ ਪਿਆਨੇ ਦੀ ਆਪ ਜੀ ਦੀ ਤਿਆਰੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰਿਆਈ ਆਪ ਜੀ ਨੇ ਬਖਸ਼ ਦਿੱਤੀ ਹੈ, ਖਾਲਸੇ ਨੂੰ ਵਡਿਆਈ ਦਿੱਤੀ ਹੈ, ਸਿੰਘਾਂ ਦੀ ਸੇਵਾ ਲਾ ਦਿੱਤੀ ਹੈ, ਜਿੱਥੇ ਜਿੱਥੇ ਆਪ ਜੀ ਨੇ ਜਾ ਕੇ ਸੇਵਾ ਕਰਨੀ ਹੈ। ਭਾਈ ਮਣੀ ਸਿੰਘ ਜੀ ਨੂੰ ਕਹਿ ਦਿੱਤਾ ਹੈ ਕਿ ਭਾਈ ਮਣੀ ਸਿੰਘ ਜੀ ਤੁਸੀਂ ਸ੍ਰੀ ਅੰਮ੍ਰਿਤਸਰ ਸਾਹਿਬ ਜਾ ਕੇ ਸੇਵਾ ਕਰਨੀ, ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਹੋ ਕਰਕੇ ਉੱਥੇ ਸੇਵਾ ਨਿਭਾਉਣੀ। ਤੇ ਭਾਈ ਸਾਹਿਬ ਜੀ ਨੇ ਆ ਕੇ ਫਿਰ 16 ਸਾਲ ਮੁੱਖ ਗ੍ਰੰਥੀ ਦੀ ਸੇਵਾ ਨਿਭਾਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ਼ਹੀਦ ਭਾਈ ਮਣੀ ਸਿੰਘ ਜੀ। ਔਰ ਸਵੇਰੇ ਸ਼ਾਮ ਰੋਜ਼ ਉਹ ਕਥਾ ਵੀ ਕਰਿਆ ਕਰਦੇ ਸਨ, ਗੁਰਬਾਣੀ ਦੀ ਸੰਥਿਆ ਵੀ ਅੰਮ੍ਰਿਤਸਰ ਸਾਹਿਬ ਵਿਖੇ ਕਰਵਾਇਆ ਕਰਦੇ ਸਨ। 16 ਸਾਲ ਮੁੱਖ ਗ੍ਰੰਥੀ ਰਹੇ ਸ਼ਹੀਦ ਭਾਈ ਮਣੀ ਸਿੰਘ ਮਹਾਰਾਜ ਦੇ ਪਿਆਨੇ ਤੋਂ ਬਾਅਦ ਵਿੱਚ। ਇਸੇ ਤਰ੍ਹਾਂ ਬਾਬਾ ਦੀਪ ਸਿੰਘ ਜੀ, ਉਹਨਾਂ ਨੂੰ ਮਹਾਰਾਜ ਸਾਹਿਬ ਜੀ ਨੇ ਕਹਿ ਦਿੱਤਾ ਸੀ ਕਿ ਤੁਸੀਂ ਹੁਣ ਸਾਬੋ ਕੀ ਤਲਵੰਡੀ ਤੱਕ ਸ੍ਰੀ ਦਮਦਮਾ ਸਾਹਿਬ ਜਾ ਕਰਕੇ ਉੱਥੇ ਸੇਵਾ ਸੰਭਾਲੋ। ਇਸੇ ਤਰ੍ਹਾਂ ਭਾਈ ਗੁਰਬਖਸ਼ ਸਿੰਘ ਜੀ ਸ਼ਹੀਦ, ਉਹਨਾਂ ਨੂੰ ਕਹਿ ਦਿੱਤਾ ਸੀ ਤੁਸੀਂ ਆਨੰਦਪੁਰ ਸਾਹਿਬ ਜਾ ਕਰਕੇ ਸੇਵਾ ਸੰਭਾਲੋ। ਭਾਈ ਸੰਤੋਖ ਸਿੰਘ ਜੀ ਨੂੰ ਕਿਹਾ ਸੀ ਤੁਸੀਂ ਇੱਥੇ ਰਹਿ ਕਰਕੇ ਹੀ ਸੇਵਾ ਕਰਨੀ।
ਬਾਕੀ ਸਿੰਘਾਂ ਨੂੰ ਕਹਿ ਦਿੱਤਾ ਤੁਸੀਂ ਨਾਮ ਜਪਣਾ, ਗੁਰਬਾਣੀ ਪੜ੍ਹਨੀ ਤੇ ਨਾਮ ਜਪਾਉਣਾ ਹੈ, ਤੇ ਜੋ ਜ਼ਾਲਮ ਲੋਕ ਹਨ ਉਹਨਾਂ ਨੂੰ ਸੋਧਾ ਲਾਉਣ ਵਾਸਤੇ ਜੰਗ ਯੁੱਧ ਵੀ ਕਰਨੇ ਆ। ਐਸੀ ਆਗਿਆ ਮਹਾਰਾਜ ਸਾਹਿਬ ਜੀ ਨੇ ਦਿੱਤੀ। ਗਰੀਬ ਨਵਾਜ ਸਾਹਿਬ ਜੀ ਨੇ ਤੇ ਖਾਲਸੇ ਨੂੰ ਧੀਰਜ ਦਿੰਦਿਆਂ ਹੋਇਆਂ ਆਪ ਜੀ ਨੇ ਆਪਣੇ ਮੁਖਾਰਬਿੰਦ ਤੋਂ ਉਪਦੇਸ਼ ਬਖਸ਼ਿਆ। ਦਸ਼ਮੇਸ਼ ਪਿਤਾ ਅੰਮ੍ਰਿਤ ਕੇ ਦਾਤੇ ਪੰਥ ਕੇ ਵਾਲੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਧਿਆਨ ਧਰਦਿਆਂ ਹੋਇਆਂ ਸ਼ਰਧਾ ਭਾਵਨਾ ਸਹਿਤ ਸਰਵਣ ਕਰੀਏ। ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪੰਜ ਤਤ ਕੋ ਜਗ ਵਿਸਤਾਰਾ। ਗਰੀਬ ਨਵਾਜ ਸਾਹਿਬ ਕਹਿਣ ਲੱਗੇ ਖਾਲਸਾ ਜੀ ਇਹ ਪੰਜਾਂ ਤੱਤਾਂ ਦਾ ਸਾਰੇ ਸੰਸਾਰ ਦਾ ਵਿਸਥਾਰਾ ਹੈ। ਅਕਾਲ ਪੁਰਖ ਵਾਹਿਗੁਰੂ ਜੀ ਨੇ ਪੰਜ ਤੱਤ ਸਿਰਜੇ, ਪੰਜਾਂ ਤੱਤਾਂ ਦੇ ਨਾਲ ਸਾਰੀ ਸ੍ਰਿਸ਼ਟੀ ਪੈਦਾ ਕੀਤੀ। ਪੌਣ, ਪਾਣੀ, ਅਗਨੀ, ਧਰਤੀ, ਆਕਾਸ਼, ਇਹ ਪੰਜਾਂ ਤੱਤਾਂ ਦੀ ਰਚਨਾ ਕੀਤੀ ਹੈ ਵਾਹਿਗੁਰੂ ਪਰਮੇਸ਼ਰ ਨੇ। ਤੇ ਪੰਜਾਂ ਤੱਤਾਂ ਦਾ ਹੀ ਸਾਰਾ ਜੱਗ ਦਾ ਵਿਸਥਾਰ ਹੈ, ਸਾਰਾ ਫੈਲਾਓ ਹੈ। ਪਰ ਸਮੇਂ ਦੇ ਨਾਲ ਵਾਹਿਗੁਰੂ ਦੇ ਹੁਕਮ ਦੇ ਵਿੱਚ ਕਾਲ ਇਹਨਾਂ ਪੰਜਾਂ ਤੱਤਾਂ ਨੂੰ ਵੀ ਭਖ ਲੈਂਦਾ ਹੈ। ਕਾਲ ਇਹਨਾਂ ਪੰਜਾਂ ਤੱਤਾਂ ਨੂੰ ਵੀ ਖਾ ਜਾਂਦਾ ਹੈ। ਪੰਜ ਤੱਤ ਵੀ ਵਾਹਿਗੁਰੂ ਜੀ ਦੇ ਹੁਕਮ ਦੇ ਵਿੱਚ ਸਮਾਪਤ ਹੋ ਜਾਂਦੇ ਹਨ। ਇਸ ਕਰਕੇ ਖਾਲਸਾ ਜੀ ਜਦੋਂ ਇਹ ਕਾਰਨ ਰੂਪੀ ਪੰਜ ਤੱਤ ਹੀ ਵਿਨਾਸ਼ ਹੋਣ ਵਾਲੇ ਆ, ਇਹ ਪੰਜ ਤੱਤ ਆਪ ਖਤਮ ਹੋ ਜਾਣ ਵਾਲੇ ਹਨ, ਤੇ ਫਿਰ ਕਾਰਜ ਦੇ ਥਿਰ ਰਹਿਣ ਦੀ, ਸਲਾਮਤ ਰਹਿਣ ਦੀ ਕਿੱਥੇ ਆਸਾ ਹੈ? ਕਿਉਂਕਿ ਕਾਰਨ ਪੰਜ ਤੱਤ ਆ, ਪੰਜਾਂ ਤੱਤਾਂ ਦੇ ਨਾਲ ਕਾਰਜ ਰੂਪ ਸੰਸਾਰ ਬਣਿਆ ਵਾਹਿਗੁਰੂ ਦੇ ਹੁਕਮ ਦੇ ਨਾਲ। ਤੇ ਜਦੋਂ ਪੰਜੇ ਤੱਤ ਹੀ ਨਾਸਵਾਨ ਆ ਤੇ ਇਹਨਾਂ ਦਾ ਬਣਿਆ ਹੋਇਆ ਸੰਸਾਰ ਕਿਵੇਂ ਸਲਾਮਤ ਰਹਿ ਸਕਦਾ ਹੈ? ਪੰਜ ਤੱਤ ਆਪ ਨਾਸ ਹੋਣ ਵਾਲੇ ਆ ਤੇ ਪੰਜਾਂ ਤੱਤਾਂ ਦੀ ਇਹ ਘਾੜਤ, ਸਾਰਾ ਸੰਸਾਰ, ਇਹਦੀ ਸਦਾ ਰਹਿਣ ਦੀ, ਥਿਰ ਰਹਿਣ ਦੀ ਆਸਾ ਕਿਵੇਂ ਰੱਖੀ ਜਾ ਸਕਦੀ ਹੈ? ਭਾਵੇਂ ਸੰਸਾਰ ਵੀ ਨਾਸਵਾਨ ਹੈ, ਸਦਾ ਰਹਿਣ ਵਾਲਾ ਨਹੀਂ ਹੈ। ਤੇ ਫਿਰ ਪਰਮੇਸ਼ਰ ਵਾਹਿਗੁਰੂ ਜੀ ਦੇ ਹੁਕਮ ਦੇ ਵਿੱਚ ਪ੍ਰਭੂ ਨੇ ਸੇਵਾ ਲਾਈ ਹੋਈ ਹੈ ਵੱਖ ਵੱਖ ਦੀ, ਹਰ ਇੱਕ ਦੀ ਡਿਊਟੀ ਲਾਈ ਹੋਈ ਹੈ। ਕਿਸੇ ਨੂੰ ਕੋਈ ਕਾਰਜ ਦਿੱਤਾ ਹੋਇਆ, ਕਿਸੇ ਨੂੰ ਕੋਈ ਕਾਰਜ ਦਿੱਤਾ ਹੋਇਆ। ਜਿਵੇਂ ਸਾਧ ਸੰਗਤ ਜੀ ਕੋਈ ਵੱਡਾ ਅਫਸਰ ਹੈ, ਉਹਦੇ ਥੱਲੇ ਕਿੰਨੇ ਛੋਟੇ ਨੌਕਰ ਕੰਮ ਕਰਦੇ ਹਨ। ਕੋਈ ਮੰਤਰੀ ਸੰਤਰੀ ਹੈ, ਉਹਦੇ ਥੱਲੇ ਕਿੰਨੇ ਕੰਮ ਕਰਦੇ ਹਨ। ਇਸੇ ਤਰ੍ਹਾਂ ਸਭ ਤੋਂ ਵੱਡਾ ਤੇ ਅਕਾਲ ਪੁਰਖ ਵਾਹਿਗੁਰੂ ਹੀ ਹੈ, ਪਰ ਉਹਨੇ ਥੱਲੇ ਆਪਣੇ ਕਾਮੇ ਕਈ ਰੱਖੇ ਹੋਏ ਆ। ਉਹਦੇ ਹੁਕਮ ਦੇ ਵਿੱਚ ਵੱਖ-ਵੱਖ ਡਿਊਟੀਆਂ ਭੁਗਤਾਉਂਦੇ ਵੱਖ-ਵੱਖ ਮਹਿਕਮੇ ਆ। ਕਿਸੇ ਨੂੰ ਪਾਣੀ ਦਾ ਮਹਿਕਮਾ ਦਿੱਤਾ ਹੋਇਆ, ਕਿਸੇ ਨੂੰ ਅੱਗ ਦਾ ਦਿੱਤਾ ਹੋਇਆ, ਕਿਸੇ ਨੂੰ ਹਵਾ ਦਾ ਦਿੱਤਾ ਹੋਇਆ, ਕਿਸੇ ਨੂੰ ਧਰਤੀ ਦਾ, ਕਿਸੇ ਨੂੰ ਆਕਾਸ਼ ਦਾ, ਕਿਸੇ ਨੂੰ ਰਚਨਾ ਕਰਨ ਦੀ। ਤੋ ਇਸ ਪ੍ਰਕਾਰ ਕਹਿੰਦੇ ਹਨ ਕਿ ਉਹ ਪਰਮੇਸ਼ਰ ਦੇ ਹੁਕਮ ਦੇ ਵਿੱਚ ਹੀ ਜੋ ਕਮਲਾਸਨ ਹੈ ਨਾ, ਬ੍ਰਹਮਾ ਹੈ, ਉਸ ਦੀ ਸੇਵਾ ਲਾਈ ਹੋਈ ਹੈ ਇਹ ਰਚਨਾ ਕਰਨ ਦੀ। ਪਰ ਕਾਲ ਪੁਰਖ ਉਸ ਬ੍ਰਹਮਾ ਨੂੰ ਵੀ ਭਖ ਲੈਂਦਾ ਹੈ। ਉਹ ਬ੍ਰਹਮਾ ਦਾ ਵੀ ਸਮਾਪਤੀ ਹੋ ਜਾਂਦੀ ਹੈ, ਬ੍ਰਹਮਾ ਦਾ ਵੀ ਖਾਤਮਾ ਹੋ ਜਾਂਦਾ ਆਪਣੇ ਸਮੇਂ ਦੇ ਨਾਲ। ਇਸੇ ਤਰ੍ਹਾਂ ਵਿਸ਼ਨੂੰ ਤੇ ਸ਼ੰਭੂ ਮਹਾਦੇਵ ਇਹ ਵੱਡੇ ਦੋ ਦੇਵਤੇ ਹਨ। ਮਹਾਰਾਜ ਕਹਿੰਦੇ ਇਹਨਾਂ ਦੇਵਤਿਆਂ ਦੀ ਉਮਰ ਵੀ ਪੁੱਜ ਜਾਂਦੀ ਹੈ। ਇਹ ਪਦਵੀਆਂ ਹਨ। ਇੱਕੋ ਹੀ ਬ੍ਰਹਮਾ ਸਦਾ ਨਹੀਂ ਰਹਿੰਦਾ, ਇੱਕੋ ਹੀ ਵਿਸ਼ਨੂੰ ਸਦਾ ਨਹੀਂ ਰਹਿੰਦਾ, ਇੱਕੋ ਹੀ ਸ਼ਿਵ ਜੀ ਸਦਾ ਨਹੀਂ ਰਹਿੰਦਾ। ਕਲਗੀਧਰ ਪਾਤਸ਼ਾਹ ਦੀ ਬਾਣੀ ਪੜ੍ਹੀਏ ਤੇ ਮਹਾਰਾਜ ਕਹਿੰਦੇ ਵੀ ਕਈ ਵਿਸ਼ਨੂੰ, ਕਈ ਮਹਾਦੇਵ, ਕਈ ਇੰਦਰ ਦੇਵਤੇ ਆਪਣੇ ਸਮੇਂ ਦੇ ਨਾਲ ਗੁਜ਼ਰ ਗਏ। ਇੱਕ ਪੈਦਾ ਹੋਏ, ਇੱਕ ਖਤਮ ਹੋ ਗਏ, ਇੱਕ ਫੇਰ ਪੈਦਾ ਹੋਏ। ਤੋ ਇਸ ਪ੍ਰਕਾਰ ਦੇ ਨਾਲ ਇਹ ਪਦਵੀਆਂ ਹਨ। ਜਿਵੇਂ ਇੱਕ ਪਦਵੀ ਕੋਈ ਹੁੰਦੀ ਹੈ, ਉਹਦੇ ਤੇ ਬੈਠਣ ਵਾਲੇ ਬੰਦੇ ਬਦਲਦੇ ਰਹਿੰਦੇ।
ਇਸੇ ਤਰ੍ਹਾਂ ਇਹ ਦੇਵੀ ਦੇਵਤਿਆਂ ਦੀਆਂ ਪਦਵੀਆਂ ਜਿਹੜੀਆਂ ਹਨ ਉਹ ਵੀ ਬਦਲਦੇ ਰਹਿੰਦੇ, ਉਮਰ ਉਹਨਾਂ ਦੀ ਵੀ ਪੂਰੀ ਹੁੰਦੀ ਹੈ। ਬ੍ਰਹਮਾ ਸਦਾ ਇੱਕੋ ਹੀ ਤਾਂ ਨਹੀਂ ਹੈ। ਮਹਾਰਾਜ ਦੀ ਬਾਣੀ ਦੇ ਵਿੱਚ, ਦਸਮ ਪਾਤਸ਼ਾਹ ਦੀ ਬਾਣੀ ਦੇ ਵਿੱਚ ਹੀ ਬਚਨ ਆਉਂਦੇ ਆ ਕਿ ਬ੍ਰਹਮਾ ਨੂੰ ਹੰਕਾਰ ਹੋ ਗਿਆ, ਉਹਨੂੰ ਹੰਕਾਰ ਹੋਇਆ ਵੀ ਮੈਂ ਬਹੁਤ ਵੱਡਾ ਵਾਂ, ਚਾਰ ਮੁਖ ਵਾ ਮੇਰੇ। ਇਹ ਬਚਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਵੀ ਆਉਂਦਾ, ਨਾਭ ਕਮਲ ਤੇ ਬ੍ਰਹਮਾ ਉਪਜੇ, ਵੇਦ ਪੜ੍ਹੈ ਮੁਖ ਕੰਠ ਸਵਾਰ। ਪਰਮੇਸ਼ਰ ਨੇ ਉਹ ਨਾਭ ਕਮਲ ਤੋਂ, ਕਮਲ ਫੁੱਲ ਤੋਂ ਬ੍ਰਹਮਾ ਦੀ ਪੈਦਾਇਸ਼ ਕੀਤੀ, ਤਾਂ ਉਸ ਬ੍ਰਹਮਾ ਨੂੰ ਵੀ ਹੰਕਾਰ ਹੋਇਆ। ਉਹਨੇ ਵੇਖਿਆ ਵੀ ਮੈਂ ਇਕੱਲਾ ਹੀ ਆ ਜਾਂ ਕਮਲ ਫੁੱਲ ਵਾ, ਮੈਂ ਸਹਿਭੰਗ ਆਪਣੇ ਆਪ ਤੋਂ ਹੀ ਆ ਪੈਦਾ ਹੋਣ ਵਾਲਾ। ਆਕਾਸ਼ਬਾਣੀ ਹੋਈ ਕਿ ਬ੍ਰਹਮਾ ਹੰਕਾਰ ਨਾ ਕਰੀ ਜਾ, ਤੂੰ ਆਪਣੇ ਆਪ ਨਹੀਂ ਪੈਦਾ ਹੋਇਆ, ਤੈਨੂੰ ਪੈਦਾ ਕਰਨ ਵਾਲਾ ਕੋਈ ਹੈ, ਤੂੰ ਆ ਕਮਲ ਫੁੱਲ ਤੋਂ ਪੈਦਾ ਹੋਇਆ। ਉਹਨੇ ਕਿਹਾ ਵੀ ਇਹ ਨਿਗਾਹ ਜਿਹਾ ਕਮਲ ਫੁੱਲ ਮੈਨੂੰ ਕਿਸ ਤਰ੍ਹਾਂ ਪੈਦਾ ਕਰ ਸਕਦਾ। ਲੱਤ ਮਾਰੀ ਜ਼ੋਰ ਦੇ ਨਾਲ, ਜਿਵੇਂ ਵੱਡਿਆਂ ਦਾ ਸੁਭਾਅ ਹੁੰਦਾ, ਉਹ ਛੇਤੀ ਨਹੀਂ ਕਾਹਲੇ ਪੈਂਦੇ। ਦੂਜੀ ਵਾਰੀ ਫੇਰ ਲੱਤ ਮਾਰੀ, ਜਦੋਂ ਤੀਜੀ ਵਾਰੀ ਜ਼ੋਰ ਨਾਲ ਲੱਤ ਮਾਰੀ ਤੇ ਕਮਲ ਫੁੱਲ ਦੇ ਵਿੱਚ ਹੀ ਡਿੱਗ ਪਿਆ ਬ੍ਰਹਮਾ। ਕਈ ਜੁੱਗ ਲੱਗ ਗਏ ਥੱਲੇ ਭੁਆਂਟਣੀਆਂ, ਜਿਵੇਂ ਖੂਹ ਦੇ ਵਿੱਚ ਰੋੜਾ ਸੁੱਟੀ ਦਾ ਤੇ ਉਹ ਜਾਂਦਾ ਨਾ, ਇਸ ਤਰ੍ਹਾਂ ਉਹਦੇ ਵਿੱਚ ਕਮਲ ਫੁੱਲ ਦੀ ਨਾਲੀ ਦਾ ਹੀ ਅੰਤ ਨਹੀਂ ਆਇਆ। 18 ਯੁੱਗ ਗਿਆ ਠਾਣ, ਫਿਰ ਬੇਨਤੀਆਂ ਕੱਢੀਆਂ, 18 ਯੁੱਗ ਲੱਗੇ ਘੁੰਮਦੇ ਘੁੰਮਦੇ ਨੂੰ ਥੱਲੇ ਜਾਣਦਿਆਂ। ਉਹਨੇ ਕਿਹਾ ਮੈਂ ਤੇ ਨਿਕਾ ਜਿਹਾ ਕਹਿੰਦਾ ਇਹਦੇ ਅੰਤ ਹੀ ਕੋਈ ਨਹੀਂ ਆਉਂਦਾ। ਫਿਰ ਬੇਨਤੀਆਂ ਕੀਤੀਆਂ ਵੀ ਹੇ ਵਾਹਿਗੁਰੂ ਕੱਢ ਇਹਦੇ ਵਿੱਚੋਂ। ਫਿਰ 18 ਯੁੱਗਾਂ ਵਿੱਚ ਤਾਂ ਕੱਢਿਆ ਉਹਨੂੰ। 36 ਯੁੱਗ ਉਹਨੂੰ ਇਸ ਤਰ੍ਹਾਂ ਹੀ ਘੁਮਾਟਲੀਆਂ ਦਿੱਤੀਆਂ। 36 ਹੀ ਯੁੱਗ ਵਰਤੈ ਗੁਬਾਰ ਹੈ, ਤਾੜੀ ਲਾਈ ਅਪਰੇ ਅਪਾਰ ਹੈ, ਧੁੰਦੂਕਾਰ ਨਿਰਾਲਮ ਬੈਠਾ, ਨਾ ਤਦ ਧੰਦ ਪਸਾਰਾ ਹੈ। ਤੇ ਫਿਰ ਆਖਿਆ ਵੀ ਹੇ ਪਰਮੇਸ਼ਰ ਤੂੰ ਬੇਅੰਤ ਆ, ਬੇਅੰਤ ਆ। ਫਿਰ ਆਕਾਸ਼ਬਾਣੀ ਨੇ ਆਖਿਆ ਬ੍ਰਹਮਾ ਤਪ ਕਰ, ਤਪ ਕਰ, ਤਪ ਕਰ। ਫਿਰ ਆਰਾਧਨਾ ਕਰਨ ਲੱਗਾ, ਪਰਮੇਸ਼ਰ ਦੀ ਆਰਾਧਨਾ ਕੀਤੀ, ਉਹਦਾ ਜਸ ਕੀਤਾ, ਬੰਦਗੀ ਕੀਤੀ। ਫਿਰ ਪਰਮੇਸ਼ਰ ਵਾਹਿਗੁਰੂ ਜੀ ਨੇ ਵੇਦਾਂ ਦਾ ਗਿਆਨ ਬਖਸ਼ਿਆ, ਚਾਰੇ ਵੇਦ ਬ੍ਰਹਮੇ ਕਉ ਦੀਏ। ਫਿਰ ਬ੍ਰਹਮਾ ਨੂੰ ਵੇਦਾਂ ਦਾ ਗਿਆਨ ਦਿੱਤਾ। ਫਿਰ ਆਪ ਸ਼ਕਤੀ ਦਿੱਤੀ ਸੰਸਾਰ ਦੀ ਰਚਨਾ ਕਰਨ ਦੀ। ਐਸਾ ਬਚਨ ਆਉਂਦਾ। ਇੱਕ ਤਾਂ ਇਸ ਬ੍ਰਹਮੇ ਦਾ, ਇੱਕ ਵਾਰੀ ਹੋਰ ਵੀ ਦਸਮ ਪਾਤਸ਼ਾਹ ਦੀ ਬਾਣੀ ਚ ਆਉਂਦਾ ਵੀ ਬ੍ਰਹਮਾ ਨੂੰ ਮਾਣ ਹੋਇਆ ਵੀ ਮੈਂ ਬੜਾ ਸਿਆਣਾ ਤੇ ਮੈਂ ਬਹੁਤ ਵੱਡਾ, ਮੇਰੇ ਚਾਰ ਮੁਖ ਵਾ। ਪਰਮੇਸ਼ਰ ਨੇ ਐਸੀ ਹਵਾ ਚਲਾਈ, ਉਹ ਹਵਾ ਨੇ ਬ੍ਰਹਮਾ ਨੂੰ ਉਡਾਇਆ ਤੇ ਉਡਾ ਕੇ ਕਿਤੇ ਲੈ ਗਈ। ਜਦੋਂ ਲੈ ਗਈ ਤੇ ਉੱਥੇ ਕੀ ਵੇਖਿਆ, ਜਿੱਥੇ ਜਾ ਕੇ ਸੁੱਟਿਆ ਨਾ ਹਵਾ ਨੇ, ਉੱਥੇ ਅੱਗੇ 8 ਮੂੰਹਾਂ ਵਾਲਾ ਬ੍ਰਹਮਾ ਬੈਠਾ, ਉਹ ਵੀ ਹੰਕਾਰੀ। ਹਵਾ ਫੇਰ ਚੱਲੀ, ਦੋਨਾਂ ਨੂੰ ਉਡਾਇਆ ਤੇ ਅੱਗੇ ਲੈ ਕੇ 16 ਮੂੰਹਾਂ ਵਾਲਾ ਵੇਖਿਆ ਬ੍ਰਹਮਾ। ਉਹਨੇ ਉਡਾਇਆ ਅੱਗੇ ਹੋਰ 36 ਮੂੰਹਾਂ ਵਾਲਾ। ਕਰਦਿਆਂ ਕਰਦਿਆਂ ਕਹਿੰਦੇ ਵੀ ਜਿੱਥੇ 1000 ਮੁਖ ਵਾਲਾ ਬ੍ਰਹਮਾ ਸੀ ਉੱਥੇ ਲੈ ਕੇ ਗਏ, ਸਾਰਿਆਂ ਨੂੰ ਇਕੱਠੇ ਕਰਕੇ ਹਵਾ ਨੇ ਉਡਾਏ ਤੇ ਉੱਥੇ ਪਹੁੰਚ ਗਏ ਉਸ ਦਰਬਾਰ ਵਿੱਚ ਜਿੱਥੇ 1000 ਮੂੰਹਾਂ ਵਾਲਾ ਬ੍ਰਹਮਾ ਵੇਖਿਆ। ਉਹ ਜਿਹੜਾ 1000 ਮੂੰਹਾਂ ਵਾਲਾ ਉਹਨੇ ਵੇਖਿਆ ਨਾ, ਭੀੜ ਤੁਰੀ ਆਉਂਦੀ ਬ੍ਰਹਮਿਆਂ ਦੀ, ਬੜਾ ਵੱਡਾ ਜਥਾ ਤੁਰਿਆ ਆਉਂਦਾ ਬ੍ਰਹਮਿਆਂ ਦਾ। ਉਹ ਅੱਗੋਂ ਉੱਠਿਆ ਆਪਣੇ ਆਸਣ ਤੋਂ, ਉਹਨੇ ਹੱਥ ਜੋੜੇ, ਉਹਨੇ ਕਿਹਾ ਜੀ ਆਇਆਂ ਨੂੰ। ਇੰਨੇ ਬ੍ਰਹਮਿਆਂ ਦੇ ਇੰਨੇ ਦਰਸ਼ਨ ਹੋਏ ਦੇਵਤਿਆਂ ਦੇ, ਮੇਰੇ ਧੰਨ ਭਾਗ। ਉਦੋਂ ਸਾਰਿਆਂ ਦਾ ਮਾਣ ਟੁੱਟਾ। ਜਿਹੜਾ 4 ਮੂੰਹ ਵਾਲਾ ਉਹ ਉੱਥੇ ਸਭ ਤੋਂ ਛੋਟਾ, ਉਹ ਕਹਿੰਦਾ ਮੈਂ ਹੀ ਮਾਣ ਕਰੀ ਜਾਂਦਾ ਸੀ, ਇੱਥੇ ਤੇ 1000 ਮੂੰਹਾਂ ਵਾਲਾ ਬੈਠਾ ਸਾਹਮਣੇ। ਇਹ ਪਰਮੇਸ਼ਰ ਦੀ ਰਚਨਾ ਦਾ ਕੋਈ ਅੰਤ ਨਹੀਂ ਹੈ, ਬੇਅੰਤ ਹੀ ਬੇਅੰਤ ਹੈ। ਤਾਂ ਮਹਾਰਾਜ ਸਾਹਿਬ ਜੀ ਕਹਿੰਦੇ ਵੀ ਜਿਹੜਾ ਬ੍ਰਹਮਾ ਹੈ ਨਾ, ਕਮਲ ਤੇ ਆਸਣ ਲਾਉਣ ਵਾਲਾ, ਉਹਦੀ ਪੈਦਾਇਸ਼ ਵੀ ਪਰਮੇਸ਼ਰ ਨੇ ਕੀਤੀ, ਉਹਦੇ ਹੁਕਮ ਵਿੱਚ ਹੋਈ ਹੈ, ਤੇ ਉਹਦੇ ਹੁਕਮ ਦੇ ਵਿੱਚ ਉਹਦਾ ਖਾਤਮਾ ਵੀ ਹੋ ਜਾਂਦਾ, ਉਹਦੀ ਉਮਰ ਵੀ ਪੂਰੀ ਹੋ ਜਾਂਦੀ ਹੈ, ਤੇ ਕਾਲ ਉਸ ਨੂੰ ਵੀ ਭਖ ਲੈਂਦਾ। ਇਸੇ ਤਰ੍ਹਾਂ ਵਿਸ਼ਨੂੰ ਤੇ ਸ਼ੰਭੂ ਮਹਾਦੇਵ, ਇਹ ਜੋ ਵੱਡੇ ਦੇਵਤੇ ਹਨ, ਜਦੋਂ ਇਹਨਾਂ ਦੀ ਵੀ ਉਮਰ ਪੁੱਜ ਜਾਂਦੀ ਹੈ ਨਾ, ਤਾਂ ਇਹ ਵੀ ਸਦਾ ਥਿਰ ਨਹੀਂ ਰਹਿੰਦੇ।
ਬ੍ਰਹਮਾ ਦੀ ਵੀ ਸਮਾਪਤੀ ਹੋ ਜਾਂਦੀ ਹੈ, ਵਿਸ਼ਨੂੰ ਦੀ ਵੀ ਸਮਾਪਤੀ ਹੋ ਜਾਂਦੀ ਹੈ, ਮਹਾਦੇਵ ਦੀ ਵੀ ਉਮਰ ਪੂਰੀ ਹੋ ਜਾਂਦੀ ਹੈ, ਉਹਦੀ ਵੀ ਸਮਾਪਤੀ ਹੋ ਜਾਂਦੀ ਹੈ। ਉਮਰ ਹਰ ਇੱਕ ਦੀ ਪੂਰੀ ਹੁੰਦੀ ਹੈ। ਕਲਗੀਧਰ ਪਾਤਸ਼ਾਹ ਉਪਦੇਸ਼ ਦੇ ਰਹੇ ਖਾਲਸੇ, ਕਹਿੰਦੇ ਇਹ ਵੱਡੀਆਂ ਹਸਤੀਆਂ ਜਿਨ੍ਹਾਂ ਨੂੰ ਮੰਨਿਆ ਜਾਂਦਾ ਉਹਨਾਂ ਦੀ ਵੀ ਉਮਰ ਜਦੋਂ ਪੂਰੀ ਹੁੰਦੀ ਹੈ ਉਹ ਵੀ ਥਿਰ ਨਹੀਂ ਰਹਿੰਦੇ ਹਨ। ਅਪਰਨ ਕੀ, ਹੋਰਾਂ ਦੀ ਗਿਣਤੀ ਦੱਸੋ, ਕਹੋ ਮੈਨੇ ਦੱਸੋ ਕੌਣ ਹੈ। ਮਹਾਰਾਜ ਕਹਿੰਦੇ ਜਦੋਂ ਇਹ ਹੀ ਨਹੀਂ ਸਦਾ ਥਿਰ ਰਹਿੰਦੇ ਤੇ ਬਾਕੀ ਹੋਰਾਂ ਦੀ ਗਿਣਤੀ ਕੀ ਹੈ। ਇਹ ਵੱਡੀਆਂ ਵੱਡੀਆਂ ਹਸਤੀਆਂ ਇਹ ਵੀ ਪਰਮੇਸ਼ਰ ਦੇ ਪੈਦਾ ਕੀਤੇ ਹੋਏ, ਕਿਉਂਕਿ ਵਾਹਿਗੁਰੂ ਦੀ ਤਾਂ ਕਿਰਤੀ ਆ ਸਾਰੇ, ਉਹ ਕਰਤਾ ਪੁਰਖ ਹੈ। ਬਾਕੀ ਦੇਵੀ ਦੇਵਤੇ ਸਭ ਉਹਦੀ ਕਿਰਤ ਵਾ, ਉਹਦੇ ਹੁਕਮ ਵਿੱਚ ਹੀ ਪੈਦਾ ਹੋਏ ਤੇ ਹੁਕਮ ਦੇ ਵਿੱਚ ਹੀ ਸਮਾਪਤ ਹੋ ਜਾਂਦੇ। ਜਦੋਂ ਇਹ ਨਹੀਂ ਰਹਿੰਦੇ ਸਦਾ ਫਿਰ ਬਾਕੀਆਂ ਦੀ ਦੱਸੋ ਗਿਣਤੀ ਕੀ ਹੈ, ਬਾਕੀਆਂ ਨੇ ਸਲਾਮਤ ਕੀ ਰਹਿਣਾ ਹੈ। ਮਹਾਰਾਜ ਕਹਿੰਦੇ ਦੱਸੋ ਖਾਲਸਾ ਜੀ ਹੋਰਾਂ ਦੀ ਕੀ ਗਿਣਤੀ ਕਰਨੀ ਹੈ ਵੀ ਜਿਹੜੇ 14 ਭਵਨਾਂ ਦੇ ਵਿੱਚ 14 ਲੋਕਾਂ ਵਿੱਚ ਕੋਈ ਸਦਾ ਰਹਿਣ ਵਾਲੇ ਹੋਣ, ਕੋਈ ਨਹੀਂ ਰਹਿਣ ਵਾਲਾ ਹੈ। ਇਸ ਕਰਕੇ ਜਿਹੜੀ ਇਹ ਸਥੂਲ ਸ੍ਰਿਸ਼ਟੀ ਆ ਨਾ, ਇਹ ਦਿਸਣ ਵਾਲੀ ਸ੍ਰਿਸ਼ਟੀ ਹੈ, ਇਹ ਖਤਮ ਹੋਣ ਵਾਲੀ, ਇਹ ਨਾਸ ਹੋ ਜਾਣ ਵਾਲੀ ਹੈ। ਦ੍ਰਿਸ਼ਟਮਾਨ ਹੈ ਸਗਲ ਮਥੇਨਾ, ਇਹ ਦ੍ਰਿਸ਼ਟਮਾਨ ਦ੍ਰਿਸ਼ਟੀ ਗੋਚਰ ਹੋਣ ਵਾਲਾ ਸਾਰਾ ਕੁਝ ਮਿਥਿਆ ਤੇ ਇਹ ਖਤਮ ਹੋ ਜਾਣ ਵਾਲਾ ਹੈ। ਇਸ ਕਰਕੇ ਨਹਿ ਆਸ਼ੇ, ਕਹਿੰਦੇ ਵੀ ਇਹਦੇ ਵਿੱਚ ਨੇਹੋ ਕਰਨਾ ਚੰਗਾ ਨਹੀਂ, ਪ੍ਰੇਮ ਕਰਨਾ ਚੰਗਾ ਨਹੀਂ ਹੈ। ਇਹ ਦ੍ਰਿਸ਼ਟੀ ਜਿਹੜੀ ਸ੍ਰਿਸ਼ਟੀ ਦਿਸਣ ਵਾਲੀ ਹੈ ਨਾ, ਇਹਦੇ ਤੋਂ ਮਾਰੇ ਕਹਿੰਦੇ ਆਪਣੀ ਦ੍ਰਿਸ਼ਟੀ ਨੂੰ ਉੱਪਰ ਚੁੱਕੋ, ਆਪਣੀ ਨਜ਼ਰ ਨੂੰ। ਇਹ ਦਿਸਣ ਵਾਲੀ ਸ੍ਰਿਸ਼ਟੀ ਦੇ ਨਾਲ ਮੋਹ ਕਰਨਾ ਚੰਗਾ ਨਹੀਂ ਹੈ, ਕਿਉਂਕਿ ਦਿਸਣ ਵਾਲਾ ਸੰਸਾਰ ਖਤਮ ਹੋਣ ਵਾਲਾ ਹੈ। ਮਹਾਰਾਜ ਨੇ ਅੰਮ੍ਰਿਤ ਬਾਣੀ ਦੇ ਵਿੱਚ ਸਾਧ ਸੰਗਤ ਜੀ ਸਾਨੂੰ ਬਹੁਤ ਸਮਝਾਇਆ, ਸੰਸਾਰੀ ਜੀਵਾਂ ਨੂੰ ਸਾਡੀ ਦ੍ਰਿਸ਼ਟੀ ਉੱਚੀ ਚੁੱਕਣ ਦਾ ਮਹਾਰਾਜ ਸਾਹਿਬ ਜੀ ਨੇ ਉਪਦੇਸ਼ ਦਿੱਤਾ ਕਿ ਇਹ ਸਰੀਰਾਂ ਤੋਂ, ਪਦਾਰਥਾਂ ਤੋਂ, ਸੰਸਾਰ ਤੋਂ ਆਪਣੀ ਦ੍ਰਿਸ਼ਟੀ ਨੂੰ ਉੱਪਰ ਚੁੱਕੋ, ਆਪਣੀ ਸੁਰਤ ਨੂੰ ਉੱਪਰ ਚੁੱਕੋ। ਜਿਵੇਂ ਮਹਾਰਾਜ ਸਾਹਿਬ ਜੀ ਕਹਿੰਦੇ ਮ੍ਰਿਤ ਮੰਡਲ ਜਗ ਸਾਜਿਆ ਜਿਉਂ ਬਾਲੂ ਘਰ ਬਾਰ, ਬਿਨਸਤ ਬਾਰ ਨਾ ਲੱਗ ਗਈ ਜਿਉਂ ਕਾਗਦ ਬੂੰਦਾਰ। ਵੀ ਬੰਦਿਆ ਤੂੰ ਤੇ ਇੰਜ ਖਤਮ ਹੋ ਜਾਣਾ ਜਿਵੇਂ ਕਾਗਜ਼ ਦੇ ਉੱਤੇ ਪਾਣੀ ਦੀਆਂ ਬੂੰਦਾਂ ਪੈ ਜਾਂਦੀਆਂ ਤੇ ਕਾਗਜ਼ ਗਲ ਜਾਂਦਾ, ਕਾਗਜ਼ ਜਿਉਂ ਗਲ ਜਾਹੇਗਾ। ਬਿਨਸਤ, ਤੈਨੂੰ ਨਾਸ ਹੁੰਦਿਆਂ ਦੇਰੀ ਨਹੀਂ ਲੱਗਣੀ, ਬਹੁਤਾ ਤੇਰਾ ਪੁਖਤਾ ਸਰੀਰ ਨਹੀਂ, ਪੱਕਾ ਨਹੀਂ ਹੈ, ਦੇਰੀ ਨਹੀਂ ਲੱਗਣੀ। ਬਿਨਸਤ ਬਾਰ ਨਾ ਲੱਗ ਗਈ ਜਿਉਂ ਕਾਗਦ ਬੂੰਦਾਰ, ਸੁਣ ਮੇਰੀ ਮਨਸਾ ਮਨੈ ਮਾਹੇ ਸਤ ਦੇਖ ਵਿਚਾਰ, ਸਿੱਧ ਸਾਧਕ ਗਿਰਹੀ ਜੋਗੇ ਤਾਜ ਗਏ ਘਰ ਬਾਰ। ਜੈਸਾ ਸੁਪਨਾ ਰਹਿਣ ਕਾ ਤੈਸਾ ਸੰਸਾਰ, ਦ੍ਰਿਸ਼ਟਮਾਨ ਸਭ ਬਿਨਸੀਐ ਕਿਆ ਲੱਗੈ ਗਵਾਰ। ਆਖਿਆ ਜਿਵੇਂ ਰਾਤ ਦਾ ਸੁਪਨਾ ਇਸ ਤਰ੍ਹਾਂ ਦਾ ਸੰਸਾਰ ਆ। ਦ੍ਰਿਸ਼ਟਮਾਨ ਸਭ ਬਿਨਸੀਐ, ਜੋ ਦ੍ਰਿਸ਼ਟੀ ਦੇ ਸਾਹਮਣੇ ਆਉਣ ਵਾਲਾ ਦਿਸਣ ਵਾਲਾ ਇਹ ਸਭ ਕੁਝ ਬਿਨਸਨਾਰ ਹੈ, ਇੱਕ ਦਿਨ ਬਿਨਸ ਜਾਵੇਗਾ। ਆਪਣੀ ਆਪਣੀ ਵਾਰੀ ਦੇ ਨਾਲ ਹਰ ਇੱਕ ਦੀ ਉਮਰ ਵਾ, ਮਨੁੱਖ ਦੀ ਵੀ ਉਮਰ ਵਾ, ਬਨਸਪਤੀ ਦੀ ਵੀ ਉਮਰ ਵਾ, ਸਾਰੀ ਰਚਨਾ ਦੀ ਆਪਣੀ ਆਪਣੀ ਆਰਬਲਾ ਵਾ ਤੇ ਆਪਣੀ ਵਾਰੀ ਨਾਲ ਸਭ ਨੇ ਬਿਨਸ ਜਾਣਾ। ਮਹਾਰਾਜ ਕਹਿੰਦੇ ਜੋ ਕੁਝ ਦਿਸਣ ਵਾਲਾ ਇਹ ਨਾਸ ਹੋਣ ਵਾਲਾ ਹੈ। ਵੇਖਣ ਵਾਲੀਆਂ ਅੱਖਾਂ ਵੀ ਨਾਸ ਹੋਣ ਵਾਲੀਆਂ ਤੇ ਦਿਸਣ ਵਾਲੀ ਰਚਨਾ ਵੀ ਨਾਸ ਹੋਣ ਵਾਲੀ। ਦ੍ਰਿਸ਼ਟਮਾਨ ਸਭ ਬਿਨਸੀਐ ਕਿਆ ਲੱਗੈ ਗਵਾਰ, ਕਹਾ ਸੋ ਭਾਈ ਮੀਤ ਹੈ ਦੇਖ ਨੈਣ ਪਸਾਰ, ਇੱਕ ਚਾਲੇ ਇੱਕ ਚਾਲਸ ਹੈ ਸਭ ਆਪਣੀ ਵਾਰ। ਇਥੋਂ ਤੀਕ ਕੇ ਸੰਸਾਰ ਦੀ ਹਾਲਤ ਦੱਸੀ ਤੇ ਅੱਗੇ ਮਹਾਰਾਜ ਕਹਿੰਦੇ ਜੇ ਗੁਰੂ ਦੇ ਲੜ ਲੱਗ ਜਾਵੇਗਾ, ਸਿਮਰਨ ਕਰਨ ਲੱਗ ਜਾਵੇਗਾ, ਫਿਰ ਤੇਰੀ ਸੰਸਾਰ ਨਾਲੋਂ ਵੱਖਰੀ ਗੱਲ ਹੋਵੇ। ਇੱਕ ਚਾਲੇ ਇੱਕ ਚਾਲਸ ਹੈ ਸਭ ਆਪਣੀ ਵਾਰ, ਜਿਨ ਪੂਰਾ ਸਤਿਗੁਰ ਸੇਵਿਆ ਸੇ ਅਸਥਿਰ ਹਰ ਦਵਾਰ, ਜਨ ਨਾਨਕ ਹਰਿ ਕਾ ਦਾਸ ਹੈ ਰਾਖ ਪੈਜ ਮੁਰਾਰ। ਜਿਨ੍ਹਾਂ ਨੇ ਪੂਰੇ ਸਤਿਗੁਰਾਂ ਦੀ ਸੇਵਾ ਕੀਤੀ ਉਹ ਵਾਹਿਗੁਰੂ ਦੇ ਦੁਆਰੇ ਤੇ ਸਲਾਮਤ ਹੋ ਗਏ, ਉਹ ਅਸਥਿਰ ਹੋ ਗਏ। ਸਰੀਰ ਕਰਕੇ ਤੇ ਸਭ ਨੂੰ ਜਾਣਾ ਪੈਣਾ। ਰਹਿਣ ਨਾ ਪਾਵਹਿ ਸੁਰ ਨਰ ਦੇਵਾ, ਊਠ ਸਿਧਾਰੇ ਕਰ ਮੁਨ ਜਨ ਸੇਵਾ। ਜੀਵਤ ਪੇਖੇ ਜਿਨੀ ਹਰ ਹਰ ਧਿਆਇਆ, ਸਾਧ ਸੰਗ ਤਿਨੀ ਦਰਸ਼ਨ ਪਾਇਆ। ਬਾਦਸ਼ਾਹ ਸਾਹ ਵਪਾਰੀ ਮਰਨਾ, ਜੋ ਦੀਸੈ ਸੋ ਕਾਲਹਿ ਖਰਨਾ।
ਮਹਾਰਾਜ ਕਹਿੰਦੇ ਜੋ ਦਿਸ ਰਿਹਾ ਕਾਲ ਨੇ ਲੈ ਜਾਣਾ। ਐਸੋ ਇਹੋ ਸੰਸਾਰ ਪੇਖਣਾ। ਭਗਤ ਕਬੀਰ ਸਾਹਿਬ ਜੀ ਕਹਿੰਦੇ ਸੰਸਾਰ ਇਸ ਤਰ੍ਹਾਂ ਦਾ ਵੇਖਣ ਵਾਲਾ ਤਮਾਸ਼ਾ। ਐਸੋ ਇਹੋ ਸੰਸਾਰ ਪੇਖਣਾ। ਰਹਿਨ ਨ ਕੋ ਪਈ ਹੈ ਰੇ। ਸੁਧੇ ਸੁਧੇ ਰੇਗ ਚਲਹੁ ਤੁਮ। ਨ ਤਾਰ ਕੋ ਧੱਕਾ ਦੇਵਈ ਹੈ ਰੇ। ਬਾਰੇ ਬੂਢੇ ਤਰੁਨੇ ਭਈਆ। ਸਭ ਹੋ ਜਮ ਲੈ ਜਈ ਹੈ ਰੇ। ਮਾਨਸ ਬਪੁਰਾ ਮੂਸਾ ਕੀਨੋ। ਮੀਚ ਬਿਲਈਆ ਖਾਈ ਹੈ ਰੇ। ਕਹਿੰਦੇ ਮਨੁੱਖ ਵਿਚਾਰਾ ਤੇ ਚੂਹੇ ਵਰਗਾ। ਮੌਤ ਰੂਪੀ ਬਿੱਲੀ ਨੇ ਇੱਕ ਦਿਨ ਝਪਟ ਮਾਰਨੀ ਆ ਤੇ ਇਹਨੂੰ ਖਾ ਹੀ ਜਾਣਾ। ਭਗਤ ਕਬੀਰ ਸਾਹਿਬ ਜੀ ਕਹਿੰਦੇ ਮਾਨਸ ਬਪੁਰਾ ਮੂਸਾ ਕੀਨੋ। ਮੀਚ ਬਿਲਈਆ ਖਾਈ ਹੈ ਰੇ। ਪੁੱਛਿਆ ਸ਼ਰਧਾਲੂਆਂ ਨੇ ਭਗਤ ਜੀ ਕੋਈ ਅਮੀਰ ਬੰਦਾ ਤੇ ਬਚ ਜਾਂਦਾ ਹੋਵੇਗਾ ਪੈਸੇ ਪੂਸੇ ਦੇ ਕੇ। ਕਹਿੰਦੇ ਉਹ ਨਹੀਂ ਕਿਸੇ ਦੀ ਕਾਨ ਕਨੋੜ ਰੱਖਦਾ ਖੜਨ ਵਾਲਾ। ਧਨਵੰਤਾ ਅਰ ਨਿਰਧਨ ਮਨਾਏ। ਤਾਕੇ ਕਛੂ ਨਾ ਕਾਨੀ ਰੇ। ਰਾਜਾ ਪਰਜਾ ਸਮ ਕਰ ਮਾਰੈ। ਐਸੋ ਕਾਲ ਬਡਾਨੀ ਰੇ। ਰਾਜੇ ਨੂੰ ਤੇ ਪਰਜਾ ਨੂੰ ਬਰਾਬਰ ਮਾਰਦਾ ਐਸਾ ਬਲ ਵਾਲਾ ਕਾਲ। ਭਗਤ ਜੀ ਕਹਿੰਦੇ ਕਿ ਉਸ ਕਾਲ ਤੋਂ ਬਚ ਕੌਣ ਸਕਦਾ ਹੈ। ਅਖੀਰਲੀਆਂ ਪੰਕਤੀਆਂ 'ਚ ਕਹਿੰਦੇ ਹਨ ਹਰ ਕੇ ਸੇਵਕ ਜੋ ਹਰ ਭਾਏ। ਤਿਨ ਕੀ ਕਥਾ ਨਿਰਾਰੀ ਰੇ। ਆਵਹਿ ਨਾ ਜਾਹੇ ਨਾ ਕਬਹੂ ਮਰਤੇ। ਪਾਰ ਬ੍ਰਹਮ ਸੰਗਾਰੀ ਰੇ। ਜਿਹੜੇ ਪ੍ਰਭੂ ਦੇ ਪਿਆਰੇ ਆ ਸਿਮਰਨ ਭਜਨ ਕਰਦੇ ਆ ਸਰੀਰ ਕਰਕੇ ਤਾਂ ਉਹਨਾਂ ਨੂੰ ਵੀ ਜਾਣਾ ਪੈਂਦਾ ਪਰ ਉਹਨਾਂ ਦੀ ਵੱਖਰੀ ਕਥਾ ਹੈ। ਨਾ ਆਉਂਦੇ ਨਾ ਜਾਂਦੇ ਨਾ ਜੰਮਦੇ ਨਾ ਮਰਦੇ। ਉਹ ਪਾਰ ਬ੍ਰਹਮ ਪਰਮੇਸ਼ਰ ਦੇ ਨਾਲ ਰਹਿੰਦੇ। ਇਹ ਵਾਹਿਗੁਰੂ ਦੇ ਸੇਵਕਾਂ ਦੀ ਕਥਾ ਸੰਸਾਰ ਨਾਲੋਂ ਨਿਆਰੀ ਕਥਾ ਵੱਖਰੀ ਕਥਾ ਹੈ ਉਹਨਾਂ ਦੀ। ਤਾਂ ਮਹਾਰਾਜ ਸਾਹਿਬ ਜੀ ਕਹਿੰਦੇ ਇਸ ਪ੍ਰਕਾਰ ਦੀ ਇਹ ਸੰਸਾਰ ਦੀ ਹਾਲਤ ਹੈ। ਰਹਿਣ ਨਾ ਪਾਵਹਿ ਸੁਰ ਨਰ ਦੇਵਾ। ਊਟ ਸਿਧਾਰੇ ਕਰ ਮੁਨ ਜਨ ਸੇਵਾ। ਜੀਵਤ ਪੇਖੇ ਜਿਨੀ ਹਰ ਹਰ ਧਿਆਇਆ। ਸਾਧ ਸੰਗ ਤਿਨੀ ਦਰਸ਼ਨ ਪਾਇਆ। ਬਾਦਸ਼ਾਹ ਸਾਹ ਵਾਪਾਰੀ ਮਰਨਾ। ਜੋ ਦੀਸੈ ਸੋ ਕਾਲਹਿ ਖਰਨਾ। ਕੂੜੈ ਮੋਹਿ ਲਪਟ ਲਪਟਾਨਾ। ਛੋੜ ਚੱਲਿਆ ਤਾਂ ਫਿਰ ਪਛਤਾਨਾ। ਕਿਰਪਾ ਨਿਧਾਨ ਨਾਨਕ ਕਉ ਕਰੋ ਦਾਤ। ਨਾਮ ਤੇਰਾ ਜਪੀ ਦਿਨ ਰਾਤ। ਸਤਿਗੁਰੂ ਕਹਿੰਦੇ ਬੇਨਤੀ ਕਰਕੇ ਮੰਗ ਮੰਗਣੀ ਚਾਹੀਦੀ ਹੈ ਗੁਰੂ ਸਾਹਿਬ ਜੀ ਦੇ ਪਾਸੋਂ ਕਿ ਇਹ ਕਿਰਪਾ ਦੇ ਖਜ਼ਾਨੇ ਇਹ ਕਿਰਪਾ ਕਰਕੇ ਦਾਤ ਬਖਸ਼ੋ। ਅਸੀਂ ਤੇਰਾ ਦਿਨੇ ਰਾਤ ਨਾਮ ਜਪਦੇ ਰਹੀਏ। ਸਤਿਗੁਰੂ ਕਹਿੰਦੇ ਦਿਸਣ ਵਾਲੇ ਤੋਂ ਆਪਣੀ ਸੁਰਤ ਨੂੰ ਉੱਪਰ ਚੁੱਕੋ। ਇਹ ਦਿਸਣ ਵਾਲਾ ਨਾਸ ਹੋ ਜਾਣ ਵਾਲਾ ਹੈ। ਇਹ ਮਨ ਪਿਆਰਿਆ ਆਨੰਦ ਸਾਹਿਬ ਦੀ ਬਾਣੀ 'ਚ ਧੰਨ ਗੁਰੂ ਅਮਰਦਾਸ ਸਾਹਿਬ ਰੋਜ਼ ਸਮਝਾਉਂਦੇ ਸਨ। ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ। ਇਹੋ ਕੁਟੰਬ ਤੂੰ ਜੇ ਦੇਖਦਾ। ਚੱਲੇ ਨਾਹੀ ਤੇਰੇ ਨਾਲੇ। ਸਾਥ ਤੇਰੇ ਚੱਲੇ ਨਾਹੀ ਤਿਸ ਨਾਲ। ਕਿਉਂ ਚਿਤ ਲਾਈਐ ਐਸਾ ਕੰਮ ਮੂਲੇ ਨਾ ਕੀਚੈ। ਜਿਤੇ ਅੰਤ ਪਛੋਤਾਈਐ। ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ। ਕਹੈ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਸਦਾ ਸੱਚ ਨੂੰ ਸੰਭਾਲਿਆ ਕਰ। ਸਦਾ ਸਿਮਰਿਆ ਕਰ ਵਾਹਿਗੁਰੂ ਜੀ ਦੇ ਨਾਮ ਨੂੰ। ਤਾਂ ਮਹਾਰਾਜ ਕਹਿੰਦੇ ਖਾਲਸਾ ਜੀ ਇਹ ਜਿਹੜੀ ਸਥੂਲ ਸ੍ਰਿਸ਼ਟੀ ਹੈ ਇਹਦੇ ਨਾਲ ਜਿਹੜੀ ਦ੍ਰਿਸ਼ਟੀ ਲਾਉਣੀ ਹੈ ਨੇਹ ਲਾਉਣਾ ਹੈ ਇਹ ਚੰਗਾ ਨਹੀਂ। ਇਹ ਕਸ਼ਟ ਦਾ ਕਾਰਨ ਬਣਦਾ ਹੈ। ਤੇ ਜੋ ਸਤ ਚੇਤਨ ਆਨੰਦ ਸਰੂਪ ਹੈ ਜੋ ਸੂਖਮ ਤੋਂ ਅਤ ਸੂਖਮ ਜਾਣਿਆ ਜਾਂਦਾ ਹੈ। ਉਸ ਸੂਖਮ ਸਰੂਪ ਦੇ ਨੇੜੇ ਉਸ ਜੋਤੀ ਸਰੂਪ ਦੇ ਨੇੜੇ ਕਾਲ ਨਹੀਂ ਪਹੁੰਚ ਸਕਦਾ ਹੈ। ਉਸ ਨੂੰ ਕਾਲ ਨਹੀਂ ਖਾ ਸਕਦਾ ਜੋ ਅਬਿਨਾਸੀ ਹੈ ਤੇ ਨਿਤ ਰਹਿਣ ਵਾਲਾ ਹੈ। ਉਸ ਵਿੱਚ ਆਪਣੀ ਸੁਰਤ ਨੂੰ ਜੋੜੋ।
ਫਿਰ ਸੰਸਾਰ ਭਉਜਲ ਤੋਂ ਪਾਰ ਉਤਾਰਾ ਹੋਵੇਗਾ। ਸੁਰਤ ਸ਼ਬਦ ਭਵ ਸਾਗਰ ਤਰੀਐ, ਨਾਨਕ ਨਾਮ ਵਖਾਣੇ। ਉਸ ਸ਼ਬਦ ਨਾਲ ਸੁਰਤ ਜੋੜ ਕਰਕੇ ਫਿਰ ਭਵ ਸਾਗਰ ਤੋਂ ਤਰਿਆ ਜਾਵੇਗਾ। ਐਸਾ ਜਿਹੜਾ ਸਰੂਪ ਹੈ ਨਾ, ਜਿਹੜਾ ਸੂਖਮ ਤੋਂ ਅਤ ਸੂਖਮ ਹੈ, ਜੋ ਸਤ ਹੈ ਤੇ ਚੇਤਨ ਹੈ, ਆਨੰਦ ਸਰੂਪ ਹੈ, ਉਹ ਖਾਲਸਾ ਜੀ ਤੁਹਾਡਾ ਆਪਣਾ ਸਰੂਪ ਹੈ। ਉਹ ਆਤਮਿਕ ਸਰੂਪ ਹੈ, ਉਹ ਜੋਤੀ ਸਰੂਪ। ਉਹ ਆਪਣੇ ਆਤਮਿਕ ਸਰੂਪ ਨੂੰ ਪਛਾਣੋ ਤੁਸੀਂ। ਇਸ ਕਰਕੇ ਤੁਸੀਂ ਆਪਣੇ ਸਰੂਪ ਦੇ ਨਾਲ ਜੁੜ ਕਰਕੇ ਆਨੰਦ ਦੇ ਸਹਿਤ ਰਹੋ। ਸ਼ੋਕ ਨਾ ਕਰੋ ਕਿਸੇ ਪ੍ਰਕਾਰ ਦਾ। ਇੱਕ ਸਮ ਹੈ ਸਦਾ ਜਿਹੜਾ ਤੁਹਾਡਾ ਆਤਮਿਕ ਸਰੂਪ ਹੈ ਖਾਲਸਾ ਜੀ। ਆਤਮਾ ਦੇ ਵਿੱਚ ਨਾ ਬਚਪਨਾ ਹੈ, ਨਾ ਜਵਾਨੀ ਹੈ। ਉਸ ਸਰੂਪ ਦੇ ਵਿੱਚ ਨਾ ਬਿਰਧ ਅਵਸਥਾ ਆਉਂਦੀ ਹੈ, ਨਾ ਜਨਮ ਹੈ ਤੇ ਨਾ ਮਰਨ ਹੈ। ਜਿਸ ਆਤਮਿਕ ਸਰੂਪ ਦੇ ਵਿੱਚ ਨਾ ਦੁੱਖ ਹੈ, ਨਾ ਕੋਈ ਦਲਿੱਦਰ ਹੈ, ਉਹ ਤਾਂ ਸੁਖ ਸਰੂਪ ਹੈ। ਆਤਮਿਕ ਸਰੂਪ ਸਦਾ ਸੁਖ ਸਰੂਪ ਹੈ। ਉਹ ਆਨੰਦ ਰੂਪ ਹੈ। ਉੱਥੇ ਕੋਈ ਵੀ ਵਿਘਨ, ਕੋਈ ਵੀ ਰੁਕਾਵਟ ਨਹੀਂ ਹੈ। ਖਾਲਸਾ ਜੀ ਜਿਹੜਾ ਐਸਾ ਸਰੂਪ ਹੈ ਨਾ, ਤੇ ਸਤਿਗੁਰੂ ਜੀ ਦਾ ਉੱਥੇ ਹਮੇਸ਼ਾ ਵਾਸਾ ਰਹਿੰਦਾ ਐਸੇ ਸਰੂਪ ਦੇ ਵਿੱਚ। ਮਹਾਰਾਜ ਕਹਿਣ ਲੱਗੇ ਗੁਰੂ ਕਲਗੀਧਰ ਪਾਤਸ਼ਾਹ ਕਿ ਸਤਿਗੁਰਾਂ ਦਾ ਵਾਸਾ ਐਸੇ ਸਰੂਪ ਵਿੱਚ ਹੈ ਜਿੱਥੇ ਨਾ ਜਨਮ ਹੈ, ਨਾ ਮਰਨ ਹੈ, ਨਾ ਬਚਪਨਾ, ਨਾ ਜਵਾਨੀ, ਨਾ ਬਿਰਧ ਅਵਸਥਾ ਹੈ। ਜਿੱਥੇ ਖੁਸ਼ੀ ਹੈ, ਜਿੱਥੇ ਖੇੜਾ ਹੈ, ਜਿੱਥੇ ਆਨੰਦ ਹੈ, ਉਹ ਘਰ ਹੈ ਮਹਾਰਾਜ ਕਹਿੰਦੇ ਸਾਡਾ। ਹਰਖ ਅਨੰਤ, ਇੰਨਾ ਹਰਖ ਹੈ, ਇੰਨੀ ਖੁਸ਼ੀ ਹੈ ਜਿਹਦਾ ਕੋਈ ਸਿਰਾ ਹੀ ਨਹੀਂ ਲੱਭਿਆ ਜਾ ਸਕਦਾ, ਜਿਹਦਾ ਕੋਈ ਅੰਤ ਹੀ ਨਹੀਂ ਹੈ। ਹਰਖ ਅਨੰਤ ਸੋਗ ਨਹੀਂ ਬੀਆ, ਸੋ ਘਰ ਗੁਰ ਨਾਨਕ ਕਉ ਦੀਆ। ਮਹਾਰਾਜ ਕਹਿੰਦੇ ਉੱਥੇ ਵਾਸਾ ਹੈ ਸਤਿਗੁਰਾਂ ਦਾ, ਜਿਸ ਥਾਂ ਦੇ ਉੱਤੇ ਸਦਾ ਆਨੰਦ ਹੀ ਹੈ, ਜਿਸ ਥਾਂ ਦੇ ਉੱਤੇ ਸਦਾ ਖੁਸ਼ੀ ਹੈ, ਜਿੱਥੇ ਜੰਮਣਾ ਮਰਨਾ ਨਹੀਂ ਹੈ, ਉੱਥੇ ਸਾਡਾ ਵਾਸਾ ਹੈ। ਜਿਸ ਥਾਂ ਦੇ ਉੱਤੇ ਨਾ ਖੁਸ਼ੀ, ਨਾ ਗਮੀ, ਨਾ ਕੋਈ ਨਾਸ ਹੁੰਦਾ ਹੈ, ਉੱਥੇ ਆਨੰਦ ਹੀ ਆਨੰਦ ਹੈ, ਉੱਥੇ ਖੇੜਾ ਹੀ ਖੇੜਾ ਹੈ। ਉਹ ਸੰਸਾਰੀ ਖੁਸ਼ੀ ਤੋਂ ਉੱਪਰਲੀ ਖੁਸ਼ੀ ਹੈ। ਮਹਾਰਾਜ ਕਹਿੰਦੇ ਸਤਿਗੁਰੂ ਸੰਸਾਰ ਦੇ ਵਿੱਚ ਕਿਉਂ ਆਉਂਦੇ ਆ, ਇਹਦਾ ਕਾਰਨ ਦੱਸਦੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ। ਸਤਿਗੁਰੂ ਕਹਿੰਦੇ ਵੀ ਜਿਸ ਵੇਲੇ ਸੰਸਾਰ ਦੇ ਜੀਵ ਬਹੁਤੇ ਦੁਖੀ ਹੋ ਜਾਂਦੇ ਨਾ, ਸੰਸਾਰ ਦੇ ਜੀਵਾਂ ਨੂੰ ਪਰਮ ਦੁਖੀ ਲੱਗ ਕੇ ਜਾਣ ਕੇ ਵੀ ਬਹੁਤੇ ਦੁੱਖ ਦੇ ਸਹਿਤ ਆ, ਜੱਗ ਦੇ ਜਿੰਨੇ ਜੀਵ ਇਹਨਾਂ ਨੂੰ ਹੁਣ ਬਹੁਤ ਜ਼ਿਆਦਾ ਦੁੱਖ, ਬਹੁਤ ਕਲੇਸ਼ ਪੈ ਗਿਆ, ਸੰਸਾਰ ਬਹੁਤ ਜ਼ਿਆਦਾ ਦੁਖੀ ਹੋ ਗਿਆ ਹੈ। ਜਿਨ੍ਹਾਂ ਸੰਸਾਰ ਦੇ ਜੀਵਾਂ ਦੇ ਮਨਾਂ ਦੇ ਵਿੱਚ ਸੁੱਖ ਸ਼ਾਂਤੀ ਨਹੀਂ ਰਹਿ ਜਾਂਦੀ, ਜਿਸ ਵੇਲੇ ਸੁੱਖ ਤੇ ਸ਼ਾਂਤੀ ਸਮਾਪਤ ਹੋ ਜਾਂਦੇ ਹਨ, ਤਾਂ ਉਸ ਵੇਲੇ ਇਹ ਸੰਸਾਰ ਦੇ ਜੀਵਾਂ ਨੂੰ ਦੁਖੀ ਵੇਖ ਕੇ ਵੀ ਸੰਸਾਰ ਦੇ ਜੀਵਾਂ ਨੇ ਦੇਹ ਦੀ ਹੰਗਤਾ ਨੂੰ ਬਹੁਤ ਜ਼ਿਆਦਾ ਪੱਕਿਆਂ ਕਰਕੇ ਧਾਰਨ ਕੀਤਾ ਹੋਇਆ ਹੈ, ਤੇ ਹਰ ਰੋਜ਼ ਦਿਨ ਪ੍ਰਤੀ ਦਿਨ ਰਾਗ ਤੇ ਦੁਆਇਖ ਬਹੁਤ ਵਧੇ ਹੋਏ ਆ ਸੰਸਾਰ ਦੇ ਜੀਵਾਂ ਵਿੱਚ। ਮੋਹ ਵੱਧ ਗਿਆ ਬਹੁਤਾ ਜ਼ਿਆਦਾ, ਈਰਖਾ ਵੱਧ ਗਈ ਬਹੁਤੀ ਜ਼ਿਆਦੀ, ਤੇ ਪੰਜਾਂ ਕਲੇਸ਼ਾਂ ਦੇ ਵਸ ਵਿੱਚ ਅਵਿਦਿਆ, ਅਸਿਮਤਾ ਤੇ ਰਾਗ ਦੁਆਇਖ, ਅਭਿਨਵੇਸ਼ ਆਦਿ ਜਿਹੜੇ ਪੰਜੇ ਕਲੇਸ਼ ਆ, ਇਹਨਾਂ ਦੇ ਵਸ ਵਿੱਚ ਹਮੇਸ਼ਾ ਜਦੋਂ ਰਹਿੰਦੇ ਹਨ। ਸੰਸਾਰ ਦੇ ਜੀਵਾਂ ਨੂੰ ਮਾਇਆ ਲੱਗੀ ਰਹਿੰਦੀ ਹਮੇਸ਼ਾ ਹੀ, ਤੇ ਮਾਇਆ ਵਿੱਚ ਲੱਗ ਕਰਕੇ ਭਰਮਦੇ ਰਹਿੰਦੇ, ਭਟਕਦੇ ਰਹਿੰਦੇ ਹਨ, ਤੇ ਫਿਰ ਬਾਅਦ ਝਗੜੇ ਕਰਦੇ ਆ, ਵਿਰੋਧ ਕਰਦੇ ਹਨ, ਤੇ ਪਚ ਕੇ ਖਚਤ ਹੋ ਕੇ ਵੈਰ ਵਿਰੋਧ ਦੇ ਵਿੱਚ, ਵਿਅਰਥ ਝਗੜਿਆਂ ਦੇ ਵਿੱਚ ਮਰਦੇ ਹਨ। ਇਸ ਤਰ੍ਹਾਂ ਦੀ ਹਾਲਤ ਜੀਵਾਂ ਦੀ ਜਾਣ ਕੇ ਤਾਂ ਫਿਰ ਸੰਕਟ ਸਹਾਰਦੇ ਆ, ਨਰਕਾਂ ਵਿੱਚ ਪੈਂਦੇ ਹਨ।
ਉਹਨਾਂ ਦੁਖੀ ਹੋਏ ਸੰਸਾਰ ਦੇ ਜੀਵਾਂ ਦੇ ਹਿੱਤ ਨੂੰ ਕਰਕੇ, ਉਹਨਾਂ ਦਾ ਭਲਾ ਕਰਨ ਵਾਸਤੇ। ਸਤਿਗੁਰ ਕਰੇ ਦੇਹ ਜਗ ਧਰਮੇ। ਇਸ ਕਰਕੇ ਖਾਲਸਾ ਜੀ ਸਤਿਗੁਰੂ ਸੰਸਾਰ ਦੇ ਵਿੱਚ ਦੇਹ ਧਾਰਦੇ ਆ, ਤਾਂ ਸਤਿਗੁਰੂ ਜੀ ਸੰਸਾਰ ਵਿੱਚ ਆਉਂਦੇ ਆ। ਸੰਸਾਰ ਦੇ ਜੀਵਾਂ ਨੂੰ ਦੁਖੀ ਵੇਖ ਕੇ, ਵਿਸ਼ੇ ਵਿਕਾਰਾਂ ਵਿੱਚ ਫਸਿਆ ਹੋਇਆਂ ਨੂੰ ਵੇਖ ਕੇ, ਮੋਹ ਤੇ ਈਰਖਾ ਦੇ ਵਿੱਚ ਫਸੇ ਹੋਇਆਂ ਨੂੰ ਵੇਖ ਕੇ, ਵੀ ਮਾਇਆ ਦੇ ਵਿੱਚ ਫਸ ਕਰਕੇ ਭਰਮਦੇ ਫਿਰਦੇ ਹਨ, ਤੇ ਇਹਨਾਂ ਦੀ ਕਲਿਆਣ ਕੀਤੀ ਜਾਵੇ, ਇਹਨਾਂ ਨੂੰ ਮੋਹ ਦੇ ਵਿੱਚੋਂ ਕੱਢਿਆ ਜਾਵੇ, ਈਰਖਾ ਵਿੱਚੋਂ ਕੱਢਿਆ ਜਾਵੇ, ਵੈਰ ਵਿਰੋਧ ਝਗੜਿਆਂ ਦੇ ਵਿੱਚੋਂ ਕੱਢਿਆ ਜਾਵੇ, ਨਰਕਾਂ ਤੋਂ ਬਚਾਇਆ ਜਾਵੇ। ਇਹ ਹਉਮੈ ਹੰਗਤਾ ਦੇ ਵਿੱਚ ਫਸੇ ਹੋਏ ਹਨ, ਕਰਤਾ ਭੋਗਤਾ ਹੰਗਤਾ ਮਮਤਾ ਵਿੱਚ ਜੀ ਫਸੇ ਹੋਏ ਆ। ਇਹਨਾਂ ਨੂੰ ਬਾਹਰ ਕੱਢਿਆ ਜਾਵੇ। ਸੰਸਾਰ ਦੇ ਜੀਵਾਂ ਨੂੰ ਆਪਣਾ ਉਪਦੇਸ਼ ਦੇ ਕੇ, ਨਾਮ ਦੇ ਲੜ ਲਾ ਕਰਕੇ ਇਹਨਾਂ ਨੂੰ ਸੰਸਾਰ ਦੇ ਚਿੱਕੜ ਚੋਂ ਉੱਪਰ ਉਠਾਇਆ ਜਾਵੇ। ਕਹਿੰਦੇ ਕਲਗੀਧਰ ਪਾਤਸ਼ਾਹ ਖਾਲਸਾ ਜੀ, ਇਸ ਕਰਕੇ ਸੰਸਾਰ ਦੇ ਜੀਵਾਂ ਦਾ ਭਲਾ ਕਰਨ ਵਾਸਤੇ ਸਤਿਗੁਰੂ ਸਰੀਰ ਧਾਰਦੇ। ਸਤਿਗੁਰੂ ਤੇ ਜੋਤ ਸਰੂਪ ਹਨ। ਸਤਿਗੁਰੂ ਜਨਮ ਮਰਨ ਤੋਂ ਰਹਿਤ, ਆਉਣ ਜਾਣ ਤੋਂ ਰਹਿਤ ਵਾ। ਅਬਿਨਾਸੀ ਆ ਸਤਿਗੁਰੂ, ਪਰ ਅਬਿਨਾਸੀ ਸਤਿਗੁਰੂ ਸਰੀਰ ਧਾਰਨ ਕਰਕੇ ਤਾਂ ਆਉਂਦੇ ਆ ਸੰਸਾਰ ਦੇ ਜੀਵਾਂ ਨੂੰ, ਸਰੀਰ ਧਾਰੀਆਂ ਨੂੰ ਮੁਕਤ ਕਰਨ ਵਾਸਤੇ, ਸਰੀਰ ਧਾਰੀਆਂ ਦੇ ਬੰਧਨ ਕੱਟਣ ਵਾਸਤੇ ਮਹਾਰਾਜ ਸਾਹਿਬ ਜੀ ਸਰੀਰ ਧਾਰਦੇ ਹਨ। ਆਪਣੀ ਸ਼ਬਦ ਸਹਿਤ ਉਪਦੇਸ਼ ਹੈ। ਫਿਰ ਆਪਣੀ ਸ਼ਕਤੀ ਦੇ ਸਹਿਤ ਉਪਦੇਸ਼ ਦਿੰਦੇ ਆਪਣਾ ਸੰਸਾਰ ਦੇ ਜੀਵਾਂ ਨੂੰ। ਉਰਤੇ ਹਰਿ ਵਿਕਾਰ ਵਿਸ਼ੇਸ਼ ਹੈ। ਆਪਣੇ ਉਪਦੇਸ਼ ਦੇ ਨਾਲ ਸੰਸਾਰ ਦੇ ਜੀਵਾਂ ਦੇ ਹਿਰਦੇ ਦੇ ਵਿਕਾਰ ਨਾਸ ਕਰਦੇ, ਵਿਕਾਰ ਦੂਰ ਕਰਦੇ ਹਨ। ਭਲੇ ਪੰਥ ਕੋ ਚਰਨ ਬਤਾਵੇ। ਸੰਸਾਰ ਦੇ ਜੀਵਾਂ ਨੂੰ ਦੱਸਦੇ ਆ ਵੀ ਆਹ ਭਲਾ ਰਸਤਾ ਹੈ, ਭਲਾ ਪੰਥ ਹੈ, ਚੰਗਾ ਰਾਹ, ਇੱਧਰ ਨੂੰ ਚੱਲੋ। ਅੰਮ੍ਰਿਤ ਵੇਲੇ ਉੱਠ ਕੇ ਭਾਈ ਇਸ਼ਨਾਨ ਕਰਿਆ ਕਰੋ, ਸਤ ਸੰਗਤ ਕਰਿਆ ਕਰੋ, ਸੇਵਾ ਕਰਿਆ ਕਰੋ, ਸਿਮਰਨ ਕਰਿਆ ਕਰੋ, ਨਿਤਨੇਮ ਕਰਿਆ ਕਰੋ, ਗੁਰਬਾਣੀ ਪੜ੍ਹੋ, ਸਾਬਤ ਸੂਰਤ ਹੋਵੋ, ਗੁਰੂ ਕਾ ਅੰਮ੍ਰਿਤ ਛਕੋ, ਗੁਰੂ ਕੀ ਦਸੀ ਰਹਿਣੀ ਰੱਖੋ। ਮਹਾਰਾਜ ਸਾਹਿਬ ਜੀ ਦੱਸਦੇ ਆ ਵੀ ਆਹ ਭਲਾ ਰਸਤਾ ਭਾਈ ਪਰਮੇਸ਼ਰ ਦੇ ਘਰ ਨੂੰ ਜਾਂਦਾ। ਗੁਰਮੁਖ ਨਾਮ ਦਾਨ ਇਸ਼ਨਾਨ, ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮੰਨਹੁ, ਹਰ ਹਰ ਕਥਾ ਨਿਰਾਲੀ। ਭੁੱਲਿਆਂ ਭਟਕਨਿਆਂ ਨੂੰ ਮਹਾਰਾਜ ਸਾਹਿਬ ਜੀ ਮਾਰਗ ਦਿੰਦੇ ਆ। ਭੁੱਲੇ ਮਾਰਗ ਜਿਨਹਿ ਬਤਾਇਆ, ਐਸਾ ਗੁਰਵਟ ਭਾਗੀ ਪਾਇਆ। ਤਾਂ ਭਲਾ ਜੋ ਪੰਥ ਹੈ, ਮੱਗ ਹੈ, ਸ਼ੁਭ ਮੱਗ ਕੋ ਬਤਾਏ ਕਰ ਮਹਾਰਾਜ ਸਾਹਿਬ ਜੀ, ਇਹ ਭਲੇ ਪੰਥ ਕੋ ਚੱਲਣ ਬਤਾਵੇਂ। ਜੋ ਭਲਾ ਰਸਤਾ ਹੈ ਨਾ, ਪੰਥ ਰਸਤੇ ਦਾ ਨਾਮ ਹੈ। ਮਹਾਰਾਜ ਸਾਹਿਬ ਜੀ ਦੱਸਦੇ ਵੀ ਆਹ ਚੰਗਾ ਰਸਤਾ ਹੈ, ਇਹ ਸਾਫ ਸੁਥਰਾ ਰਸਤਾ, ਇਹ ਸਿੱਧਾ ਪ੍ਰਭੂ ਦੇ ਘਰ ਨੂੰ ਜਾਂਦਾ ਹੈ, ਇਹ ਮੁਕਤੀ ਦਾ ਰਾਹ ਹੈ। ਸਤਿਗੁਰ ਬਚਨ ਬਚਨ ਹੈ, ਸਤਿਗੁਰ ਪਾਤਰ ਮੁਕਤ ਜਨਾਵੈ ਕੋ। ਤੋ ਮਹਾਰਾਜ ਸਾਹਿਬ ਜੀ ਐਸੀ ਬਖਸ਼ਿਸ਼ ਕਰਦੇ ਹਨ। ਜਿਵੇਂ ਕਲਗੀਧਰ ਪਾਤਸ਼ਾਹ ਜੀ ਨੇ ਵਿਚਿਤ੍ਰ ਨਾਟਕ ਬਾਣੀ ਵਿੱਚ ਫਰਮਾਇਆ ਕਿ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਪ੍ਰਕਾਸ਼ ਧਾਰ ਕੇ ਸੰਸਾਰ ਵਿੱਚ ਆ ਕੇ ਤੇ ਸੰਸਾਰ ਦੇ ਜੀਵਾਂ ਨੂੰ ਚੰਗਾ ਰਾਹ ਦਿੱਤਾ, ਚੰਗਾ ਰਸਤਾ ਦਿੱਤਾ। ਤਿੰਨ ਇਹ ਕਲਮੋ ਧਰਮ ਚਲਾਇਓ, ਸਭ ਸਾਧਨ ਕੋ ਰਾਹੋ ਬਤਾਇਓ, ਜੋ ਤਾਂ ਕੇ ਮਾਰਗ ਮਹਿ ਆਏ, ਤੇ ਕਬਹੂ ਨਹੀਂ ਪਾਪ ਸੰਤਾਏ। ਜੇ ਜੇ ਪੰਥ ਤਵਨ ਕੇ ਪਰੇ, ਪਾਪ ਤਾਪ ਤਿਨ ਕੇ ਪ੍ਰਭ ਹਰੇ। ਦੁਖ ਭੂਖ ਕਬਹੂ ਨਾ ਸੰਤਾਏ, ਜਾਲ ਕਾਲ ਕੇ ਬੀਚ ਨਾ ਆਏ। ਦਸ਼ਮੇਸ਼ ਪਿਤਾ ਕਹਿੰਦੇ ਜਿਹੜੇ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਦੱਸੇ ਹੋਏ ਰਸਤੇ ਤੇ ਚੱਲੇ ਨਾ ਜੀਵ, ਉਹ ਫਿਰ ਕਾਲ ਦੇ ਜਾਲ ਵਿੱਚ ਨਹੀਂ ਫਸੇ, ਉਹਨਾਂ ਦੀ ਕਲਿਆਣ ਹੋ ਗਈ। ਸਤਿਗੁਰੂ ਸੰਸਾਰ ਨੂੰ ਫਿਰ ਆਪਣੇ ਉਪਦੇਸ਼ ਨਾਲ ਭਲਾ ਰਸਤਾ ਦੱਸਦੇ ਹਨ ਚੱਲਣ ਵਾਸਤੇ। ਐਸੀ ਰੀਤ ਚਲਾ ਦਿੰਦੇ ਸੰਸਾਰ ਵਿੱਚ, ਐਸੀ ਮਰਿਆਦਾ ਚਲਾ ਦਿੰਦੇ ਸਤਿਗੁਰੂ ਜੀ ਸੰਸਾਰ ਵਿੱਚ, ਜਿਸ ਮਰਿਆਦਾ ਦੇ ਧਾਰਨੀ ਹੋ ਕੇ ਜੀਵ ਕਲਿਆਣ ਪ੍ਰਾਪਤ ਕਰਦੇ ਹਨ। ਤੇ ਜੀਵਾਂ ਨੂੰ ਫਿਰ ਕਸ਼ਟਾਂ ਤੋਂ, ਨਰਕਾਂ ਤੋਂ ਬਚਾ ਲੈਂਦੇ ਸਤਿਗੁਰੂ ਜੀ ਆਪਣੇ ਉਪਦੇਸ਼ ਨਾਲ, ਆਪਣੀ ਕਿਰਪਾ ਨਾਲ। ਖਾਲਸਾ ਜੀ, ਜਿਨ੍ਹਾਂ ਜੀਵਾਂ ਦੇ ਭਾਗ ਜਾਗਣ ਨਾ, ਉਹ ਫਿਰ ਪੂਰੇ ਸਤਿਗੁਰੂ ਨੂੰ ਪ੍ਰਾਪਤ ਕਰਦੇ ਮਨੁੱਖਾ ਜਨਮ ਦੇ ਵਿੱਚ। ਵੇਖੋ ਗੁਰਬਾਣੀ ਵਿੱਚ ਭਾਗਾਂ ਦੀ ਵੀ ਕਿੰਨੀ ਗੱਲ ਕੀਤੀ ਮਹਾਰਾਜ ਨੇ।
ਗਰੀਬ ਨਵਾਜ ਕਹਿੰਦੇ ਵੱਡ ਭਾਗੀ ਹਰ ਸੰਗਤ ਪਾਵੈ, ਭਾਗਹੀਨ ਭ੍ਰਮ ਚੋਟਾਂ ਖਾਵੈ, ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀ। ਵੇਖੋ ਭਾਗਾਂ ਦੀ ਵੀ ਕਿੱਡੀ ਵੱਡੀ ਗੱਲ ਹੈ। ਭਾਗਾਂ ਤੋਂ ਹੀਣਾ ਮਨੁੱਖ ਮਹਾਰਾਜ ਕਹਿੰਦੇ ਸਤ ਸੰਗਤ ਕਰ ਹੀ ਨਹੀਂ ਸਕਦਾ। ਭਾਵੇਂ ਗੁਰਦੁਆਰੇ ਸਾਹਿਬ ਦੀ ਚਾਰ ਦੀਵਾਰੀ ਦੇ ਵਿੱਚ ਹੀ ਹੋਵੇ, ਹੋਰ ਹੀ ਗੱਲਾਂ ਬਾਤਾਂ ਕਰਕੇ ਸਮਾਂ ਲਗਾ ਕੇ ਚਲੇ ਜਾਵੇਗਾ, ਭਾਗਾਂ ਤੋਂ ਬਿਨਾਂ ਗੁਰੂ ਦਾ ਦਰਸ਼ਨ ਨਹੀਂ ਹੋ ਸਕਦਾ, ਭਾਗਾਂ ਤੋਂ ਬਿਨਾਂ ਸੰਗਤ ਵਿੱਚ ਨਹੀਂ ਬੈਠਿਆ ਜਾ ਸਕਦਾ। ਮਹਾਰਾਜ ਨੇ ਬਾਣੀ ਵਿੱਚ ਭਾਗਾਂ ਦਾ ਬਹੁਤ ਵਾਰੀ ਜ਼ਿਕਰ ਕੀਤਾ ਹੈ। ਗਰੀਬ ਨਵਾਜ ਸਤਿਗੁਰੂ ਕਹਿੰਦੇ ਜਿਨ ਧੁਰ ਮਸਤਕ ਲਿਖਿਆ ਤਿਨਾ ਸਤਿਗੁਰ ਮਿਲਿਆ ਰਾਮ ਰਾਜ। ਜਿਨ੍ਹਾਂ ਦੇ ਧੁਰ ਤੋਂ ਮੱਥੇ ਤੇ ਲੇਖ ਲਿਖਿਆ ਹੋਇਆ, ਤਿਨਾ ਸਤਿਗੁਰ ਮਿਲਿਆ ਰਾਮ ਰਾਜ। ਅਗਿਆਨ ਅੰਧੇਰਾ ਕੱਟਿਆ ਗੁਰ ਗਿਆਨ ਘਟ ਬਲਿਆ, ਉਹਨਾਂ ਦਾ ਫਿਰ ਅਗਿਆਨ ਦਾ ਅੰਧੇਰਾ ਕੱਟਿਆ ਜਾਂਦਾ ਤੇ ਗਿਆਨ ਦਾ ਦੀਵਾ ਬਲ ਪੈਂਦਾ ਉਹਨਾਂ ਦੇ ਅੰਦਰ। ਹਰ ਲੱਦਾ ਰਤਨ ਪਦਾਰਥੋ ਫਿਰ ਬਹੁੜ ਨਾ ਚੱਲਿਆ, ਜਨ ਨਾਨਕ ਨਾਮ ਆਰਾਧਿਆ ਆਰਾਧ ਹਰ ਮਿਲਿਆ। ਇਸ ਕਰਕੇ ਜਿਨ੍ਹਾਂ ਦੇ ਭਾਗ ਜਾਗਦੇ ਆ, ਜੱਗੇ ਭਾਗ ਨਰ ਸੋ ਗੁਰ ਪਾਏ, ਉਹ ਫਿਰ ਗੁਰੂ ਸਾਹਿਬ ਜੀ ਨੂੰ ਪ੍ਰਾਪਤ ਕਰਦੇ ਹਨ। ਉਹ ਫਿਰ ਵੱਡੇ ਭਾਗਾਂ ਵਾਲੇ, ਜਾਗੇ ਹੋਏ ਭਾਗਾਂ ਵਾਲੇ ਜੀਵ ਮਾਈ ਭਾਈ ਪੂਰੇ ਸਤਿਗੁਰੂ ਜੀ ਦਾ ਉਪਦੇਸ਼ ਲੈਂਦੇ ਆ। ਉਪਦੇਸ਼ ਲੈ ਕੇ ਉਹਨੂੰ ਫਿਰ ਆਪਣੇ ਜੀਵਨ ਵਿੱਚ ਕਮਾਉਂਦੇ ਹਨ। ਉਹ ਸੰਸਾਰ ਸਾਗਰ ਤੋਂ, ਜਗ ਸਾਗਰ ਤੋਂ ਤਰ ਜਾਂਦੇ ਹਨ। ਮਹਾਰਾਜ ਕਹਿੰਦੇ ਐਸੇ ਜੀਵ ਗੁਰੂ ਦਾ ਉਪਦੇਸ਼ ਧਾਰਨ ਕਰਨ ਵਾਲੇ ਆਪ ਵੀ ਤਰਦੇ ਆ ਤੇ ਹੋਰਨਾਂ ਨੂੰ ਵੀ ਤਾਰਦੇ ਆ। ਉਹ ਗੁਰੂ ਕੇ ਉਪਦੇਸ਼ ਦੇ ਨਾਲ ਉਜਾਗਰ ਪ੍ਰਗਟ ਤੌਰ ਤੇ ਹੋਰ ਵੀ ਸੰਸਾਰ ਦੇ ਜੀਵਾਂ ਨੂੰ ਤਾਰਦੇ ਹਨ। ਇਸ ਤਰ੍ਹਾਂ ਮਹਾਰਾਜ ਸਾਹਿਬ ਜੀ ਸੰਸਾਰ ਵਿੱਚ ਸ਼ੁਭ ਰਸਤਾ ਦੱਸਦੇ ਆ। ਨਾਮ ਬਾਣੀ ਦਾ, ਭਾਵ ਭਗਤੀ ਦਾ, ਸਤ ਸੰਗਤ ਦਾ, ਇਹ ਸਾਰਾ ਕਾਰਜ ਕਰਕੇ ਆਰਜ ਨਾਮ ਹੈ ਸ੍ਰੇਸ਼ਟ। ਸ੍ਰੇਸ਼ਟ ਗੁਰੂ ਸਾਹਿਬ ਜੀ, ਮਹਾਨ ਸਤਿਗੁਰੂ ਜੀ ਫਿਰ ਆਪਣੇ ਥਾਂ ਤੇ ਚਲੇ ਜਾਂਦੇ। ਸੱਚਖੰਡ ਦਰਬਾਰ ਚੋਂ ਆਏ, ਸਾਰਾ ਕਾਰਜ ਕਰਕੇ ਜੀਵਾਂ ਨੂੰ ਨਾਮ ਨਾਲ, ਬਾਣੀ ਨਾਲ ਜੋੜ ਕੇ, ਸੰਸਾਰ ਨੂੰ ਮਰਿਆਦਾ ਦੇ ਕੇ, ਚੰਗਾ ਰਸਤਾ ਦੇ ਕੇ ਤੇ ਫਿਰ ਆਪਣੇ ਥਾਂ ਤੇ ਜਾ ਬਰਾਜਦੇ ਹਨ। ਸਤਿਗੁਰੂ ਸਾਹਿਬ ਜੀ ਫਿਰ ਆਪਣੇ ਥਾਂ ਦੇ ਉੱਤੇ ਜਾ ਕੇ ਸੋਭਨੀਕ ਹੋ ਜਾਂਦੇ ਹਨ। ਸਤਿਗੁਰੂ ਕਹਿੰਦੇ ਖਾਲਸਾ ਜੀ ਦ੍ਰਿਸ਼ਟਾਂਤ ਸੁਣੋ। ਜਿਵੇਂ ਧਰਤੀ ਦੇ ਉੱਤੇ ਕਾਲ ਪੈ ਜਾਵੇ, ਸੋਕਾ ਪੈ ਜਾਵੇ, ਭਿਆਨਕ ਸਮਾਂ ਆ ਜਾਵੇ, ਕਾਲ ਪੈ ਜਾਵੇ, ਜਿੱਥੇ ਕਿਥੇ ਬਹੁਤ ਜ਼ਿਆਦੀ ਤਪਸ਼ ਹੋ ਜਾਵੇ। ਜਿਵੇਂ ਹੁਣ ਵੀ ਕਿੰਨੀ ਗਰਮੀ ਹੈ ਸਾਧ ਸੰਗਤ ਜੀ ਪੈ ਰਹੀ ਹੈ, ਐਤਕੀ ਤਾਂ ਬਹੁਤ ਪਹਿਲਾਂ ਹੀ ਗਰਮੀ ਪੈਣ ਲੱਗ ਪਈ। ਆ ਸਾਰੇ ਜ਼ਿਮੀਂਦਾਰ ਕਹਿ ਰਹੇ ਵੀ ਐਤਕੀ ਗੇਤਰੀ ਕਹਿੰਦੇ ਜ਼ਿਆਦੀ ਗਰਮੀ ਪੈਣ ਲੱਗ ਪਈ ਆ, ਇਸ ਕਰਕੇ ਕਣਕਾਂ ਦੇ ਝਾੜ ਵੀ ਘੱਟ ਨਿਕਲੇ। ਵੀ 6-6, 7-7 ਕੁਇੰਟਲ ਕਹਿੰਦੇ ਵੀ ਇੱਕ ਕਿੱਲੇ ਦੇ ਪਿੱਛੇ ਇਹ ਕਣਕ ਘਟ ਗਈ। ਤੇ ਸਿਆਣੇ ਲੋਕ, ਵਿਗਿਆਨੀ ਲੋਕ ਉਹ ਕਹਿੰਦੇ ਆ ਵੀ ਦਰਖਤ ਜ਼ਿਆਦੇ ਵੱਢੇ ਗਏ, ਇਸ ਕਰਕੇ ਕਹਿੰਦੇ ਗਰਮੀ ਜ਼ਿਆਦੀ ਪੈ ਰਹੀ। ਕਹਿੰਦੇ ਆਪਾਂ ਵਾਤਾਵਰਨ ਦੇ ਨਾਲ ਇਸ ਤਰ੍ਹਾਂ ਛੇੜਛਾੜ ਕਰਦੇ ਆ ਸਾਰੇ ਪਾਸੇ, ਇਸ ਕਰਕੇ ਕਹਿੰਦੇ ਵੀ ਹਾਲੇ ਇਹਦੇ ਤੋਂ ਵੀ ਜ਼ਿਆਦੀ ਪਵੇਗੀ ਜੇ ਇਸ ਤਰ੍ਹਾਂ ਦਰਖਤ ਵੱਢੇ ਗਏ। ਵੀ ਦਰਖਤ ਲਾਉਂਦਾ ਨਹੀਂ ਕੋਈ, ਕਹਿੰਦੇ ਵੱਢੀ ਸਾਰੇ ਜਾਂਦੇ। ਤੋ ਇਸ ਤਰੀਕੇ ਦੇ ਨਾਲ ਹੈ ਤਾਂ ਵਾਹਿਗੁਰੂ ਜੀ ਦੇ ਹੁਕਮ ਦੇ ਵਿੱਚ ਹੀ ਸਾਰੀ ਖੇਡ। ਪਰ ਕੁਝ ਗੱਲਾਂ ਵਾ ਜੋ ਕੁਦਰਤ ਦੇ ਨਾਲ ਮਨੁੱਖ ਵੀ ਛੇੜਖਾਨੀਆਂ ਕਰਦਾ ਹੀ ਰਹਿੰਦਾ ਇਹਨੂੰ, ਕਈ ਤਰੀਕੇ ਦੇ ਨਾਲ ਅੱਗਾਂ ਲਾਉਣੀਆਂ, ਦਰਖਤ ਵੱਢਣੇ, ਹੋਰ ਕਈ ਤਰੀਕੇ ਦੇ ਨਾਲ। ਤੇ ਜਿਸ ਕਰਕੇ ਫਿਰ ਉਹ ਕੁਦਰਤ ਵੀ ਆਪਣਾ ਰੰਗ ਵਿਖਾਉਂਦੀ ਹੈ ਵਾਹਿਗੁਰੂ ਦੇ ਹੁਕਮ ਦੇ ਵਿੱਚ। ਤਾਂ ਮਹਾਰਾਜ ਸਾਹਿਬ ਕਹਿੰਦੇ ਵੀ ਜਦੋਂ ਕਾਲ ਪੈ ਜਾਵੇ, ਧਰਤੀ ਦੇ ਉੱਤੇ ਸੋਕਾ ਪੈ ਜਾਵੇ, ਪਾਣੀ ਦੀ ਬੂੰਦ ਨਾ ਮਿਲੇ। ਵੇਖੋ ਇਹ ਸਾਰੀਆਂ ਗੱਲਾਂ ਵਿਚਾਰਨ ਵਾਲੀਆਂ ਹੁੰਦੀਆਂ। ਜਿੱਥੇ ਇਤਿਹਾਸ ਵਾ ਉੱਥੇ ਬਾਕੀ ਵੀ ਕਦੇ ਪਾਣੀਆਂ ਦਾ ਇੰਨਾ ਸਤਿਕਾਰ ਕੀਤਾ ਜਾਂਦਾ ਸੀ। ਸਾਡਾ ਤਾਂ ਦੇਸ਼ ਹੀ ਪਾਣੀਆਂ ਕਰਕੇ ਜਾਣਿਆ ਜਾਂਦਾ ਹੈ। ਪੰਜਾਬ ਇਹਦਾ ਨਾਂ ਹੀ 5 ਦਰਿਆਵਾਂ ਦੀ ਧਰਤੀ ਕਰਕੇ ਹੈ। ਤੇ ਇਹ ਪਾਣੀ ਕਿੱਡਾ ਸਾਫ਼ ਸੁਥਰਾ ਹੁੰਦਾ ਸੀ ਤੇ ਇਹਨਾਂ ਪਾਣੀਆਂ ਦੇ ਨਾਲ ਸਾਡਾ ਇਤਿਹਾਸ ਵੀ ਕਿੰਨਾ ਜੁੜਿਆ ਹੋਇਆ ਹੈ।
ਕਦੀ ਗੁਰੂ ਸਾਹਿਬ ਨੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਨ ਲੱਗਿਆ ਸਤਲੁਜ ਦਾ ਜਲ ਪਾਇਆ ਸੀ ਬਾਟੇ ਦੇ ਵਿੱਚ, ਫਿਰ ਅੰਮ੍ਰਿਤ ਤਿਆਰ ਕੀਤਾ ਸੀ। ਕਿ ਹੁਣ ਸਤਲੁਜ ਦਾ ਪਾਣੀ ਪੈ ਜਾਵੇਗਾ ਬਾਟੇ ਦੇ ਵਿੱਚ? ਹੁਣ ਤਾਂ ਕਾਲੇ ਰੰਗ ਦਾ ਹੋਇਆ ਪਿਆ, ਉਹ ਜ਼ਹਿਰ ਘੁਲਿਆ ਪਿਆ। ਕਿੰਨੀਆਂ ਫੈਕਟਰੀਆਂ ਜਿਹੜੀਆਂ ਉਹਨਾਂ ਦਾ ਗੰਦਾ ਪਾਣੀ ਪੈਂਦਾ। ਕਦੀ ਇਸ ਵੇਈ ਦੇ ਵਿੱਚ ਮਹਾਰਾਜ ਸਾਹਿਬ ਜੀ ਰੋਜ਼ ਇਸ਼ਨਾਨ ਕਰਦੇ ਸਨ, ਵੇਈ ਨਦੀ ਗੁਰੂ ਸਾਹਿਬ ਦੇ ਚਰਨ। ਹਾਂ, ਸੰਗਤ ਹੁਣ ਵੀ ਭਾਵਨਾ ਰੱਖਦੀ ਹੈ, ਪਰ ਹੁਣ ਆਪਾਂ ਵੇਖਦੇ ਹੀ ਹਾਂ ਹੁਣ ਕਿੰਨੀ ਕੁ, ਭਾਵੇਂ ਗੁਰੂ ਕੇ ਸ਼ਰਧਾਲੂ ਮਹਾਂਪੁਰਖਾਂ ਨੇ, ਸੇਵਾਦਾਰਾਂ ਨੇ ਸਾਫ ਸਫਾਈ ਕਰਦੇ ਰਹਿੰਦੇ ਆ, ਪਰ ਫਿਰ ਵੀ ਜਿੰਨੀ ਸਫਾਈ ਪਾਣੀ ਦੀ ਹੋਣੀ ਚਾਹੀਦੀ ਉਹਨਾਂ, ਜੇ ਸਾਰੇ ਲੋਕ ਸਮਝਣਗੇ ਫਿਰ ਸਫਾਈਆਂ ਹੋਣਗੀਆਂ। ਜੇ ਇੱਕ ਸਫਾਈ ਕਰਦਾ ਤੇ 10 ਜਾਣੇ ਉਹਦੇ 'ਚ ਗੰਦ ਸੁੱਟਣ ਵਾਲੇ ਆ, ਫਿਰ ਸਫਾਈ ਕਿਵੇਂ ਹੋਊਗੀ? ਤੋ ਇਸ ਕਰਕੇ ਸਾਧ ਸੰਗਤ ਜੀ ਮਹਾਰਾਜ ਸਾਹਿਬ ਜੀ ਦ੍ਰਿਸ਼ਟਾਂਤ ਦਿੰਦੇ ਆ ਖਾਲਸੇ ਨੂੰ, ਕਹਿੰਦੇ ਵੀ ਇਹ ਧਰਤੀ ਦੇ ਉੱਤੇ ਜਾਣੋ ਜਦੋਂ ਕਾਲ ਪੈ ਜਾਵੇ, ਜਿੱਥੇ ਕਿਤੇ ਬਹੁਤਾ ਸੋਕਾ ਪੈ ਜਾਵੇ, ਗਰਮੀ ਬਹੁਤੀ ਪੈ ਜਾਵੇ, ਸਾਰੇ ਜੀਵ ਦੁਖੀ ਹੋ ਜਾਣ, ਗਰਮੀ ਬਹੁਤੀ ਪੈ ਗਈ, ਪਾਣੀ ਦੀ ਬੂੰਦ ਲੱਭਦੀ ਨਹੀਂ, ਸੋਕਾ ਪੈ ਗਿਆ, ਤੇ ਜੀਵਾਂ ਨੂੰ ਦੁਖੀ ਵੇਖ ਕਰਕੇ ਫਿਰ ਆਕਾਸ਼ ਦੇ ਵਿੱਚ ਮੇਘਾਂ ਦੀਆਂ ਮਾਲਾ ਪ੍ਰਗਟ ਹੁੰਦੀਆਂ। ਭਾਵ ਬੱਦਲ ਆਉਂਦੇ ਆਕਾਸ਼ ਦੇ ਵਿੱਚ, ਜਿਸ ਵੇਲੇ ਸੋਕਾ ਪਿਆ ਧਰਤੀ ਦੇ ਉੱਤੇ, ਫਿਰ ਬੱਦਲ ਮੀਂਹ ਪਾ ਕੇ ਝੜੀ ਲਾ ਕੇ ਸਾਰੀ ਗਰਮੀ ਵੀ ਦੂਰ ਕਰ ਦਿੰਦੇ ਆ ਤੇ ਸਾਰੇ ਪਾਸੇ ਉਹ ਜਲ ਕਰ ਦਿੰਦੇ ਹਨ। ਫਿਰ ਸੋਕਾ ਵੀ ਦੂਰ ਹੋ ਜਾਂਦਾ, ਅੰਨ ਵੀ ਪੈਦਾ ਹੁੰਦਾ ਤੇ ਸੰਸਾਰ ਦੇ ਜੀਵ ਅੰਨ ਪ੍ਰਾਪਤ ਕਰਕੇ ਤ੍ਰਿਪਤ ਵੀ ਹੁੰਦੇ ਹਨ। ਫਿਰ ਉਹ ਮੇਘ ਜਿੱਥੋਂ ਆਏ ਉੱਥੇ ਜਾ ਕੇ ਲੀਨ ਹੋ ਜਾਂਦੇ ਹਨ, ਜਿੱਥੋਂ ਆਏ ਉੱਥੇ ਜਾ ਕੇ ਸਮਾ ਗਏ, ਮੀਂਹ ਪਾ ਕੇ ਆਪਣਾ ਕਾਰਜ ਕਰਕੇ ਚਲੇ ਗਏ। ਸੰਸਾਰ ਦੇ ਜੀਵਾਂ ਨੂੰ ਗਰਮੀ ਵੀ ਦੂਰ ਕਰ ਗਏ ਤੇ ਸੋਕਾ ਵੀ ਦੂਰ ਕਰ ਗਏ ਤੇ ਜਲ ਵੀ ਦੇ ਗਏ, ਪਿਆਸ ਵੀ ਬੁਝਾ ਗਏ, ਅੰਨ ਵੀ ਪੈਦਾ ਕਰ ਗਏ। ਇਸੇ ਤਰ੍ਹਾਂ ਖਾਲਸਾ ਜੀ ਸਤਿਗੁਰੂ ਜੀ ਦੇ ਸਰੀਰ ਜਾਣੋ, ਜਿਵੇਂ ਬੱਦਲ ਆਉਂਦੇ ਆ ਮੀਂਹ ਪਾ ਕੇ ਵਰਖਾ ਕਰਕੇ ਤੇ ਸਾਰਿਆਂ ਦੀ ਤਪਸ਼ ਦੂਰ ਕਰ ਜਾਂਦੇ ਆ, ਗਰਮੀ ਦੂਰ ਕਰ ਜਾਂਦੇ, ਇਸੇ ਤਰ੍ਹਾਂ ਸਤਿਗੁਰੂ ਸਰੀਰ ਧਾਰ ਕੇ ਆਉਂਦੇ ਆ, ਆਪਣੇ ਉਪਦੇਸ਼ ਦੀ ਝੜੀ ਲਾਉਂਦੇ ਆ, ਆਪਣੇ ਉਪਦੇਸ਼ ਦੀ ਵਰਖਾ ਕਰਦੇ ਆ। ਇਹ ਦ੍ਰਿਸ਼ਟਾਂਤ ਦਾ ਇੱਕ ਅੰਗ ਹੀ ਲਿਆ ਜਾਂਦਾ ਸਾਧ ਸੰਗਤ, ਸਿਰਫ ਸਮਝਣੇ ਮਾਤਰ ਮਹਾਰਾਜ ਸਾਹਿਬ ਜੀ ਦੱਸਦੇ ਆ। ਤੋ ਗਰੀਬ ਨਵਾਜ ਸੱਚੇ ਪਾਤਸ਼ਾਹ ਸੰਸਾਰ ਦੇ ਉੱਤੇ ਆਪਣੇ ਉਪਦੇਸ਼ ਦੀ ਵਰਖਾ ਕਰਦੇ ਹਨ, ਫਿਰ ਸ੍ਰੇਸ਼ਟ ਰਸਤਾ ਦੇ ਕੇ ਜਾਂਦੇ ਆਪਣੇ ਉਪਦੇਸ਼ ਦੇ ਨਾਲ, ਸੰਸਾਰ ਦੇ ਜੀਵਾਂ ਨੂੰ ਧੀਰਜ ਦੇ ਕੇ ਜਾਂਦੇ ਹਨ। ਫਿਰ ਆਪਣੇ ਨਿਜ ਸਥਾਨ ਤੇ ਸੱਚਖੰਡ ਦਰਬਾਰ ਵਿੱਚ ਪਹੁੰਚ ਜਾਂਦੇ ਸਤਿਗੁਰੂ। ਪਰ ਇਹ ਨਹੀਂ ਵੀ ਫਿਰ ਸੱਚਖੰਡ ਜਾ ਕੇ ਬਾਅਦ ਚ ਆਪਣੇ ਸਿੱਖਾਂ ਦੀ ਸਾਰ ਹੀ ਨਹੀਂ ਲੈਂਦੇ, ਫਿਰ ਵੀ ਨਿਤਾ ਪ੍ਰਤੀ ਆਪਣੇ ਸਿੱਖਾਂ ਦੇ ਸਹਾਈ ਹੁੰਦੇ ਆ, ਪਰ ਹੁੰਦੇ ਆਪਣੇ ਸਿੱਖਾਂ ਦੇ ਆ। ਸਾਰੇ ਸੰਸਾਰ ਦੀ ਪਦਾਇਸ਼ ਤਾਂ ਕਰਦੇ ਹੀ ਆ, ਸਾਰਿਆਂ ਨੂੰ ਰੋਜੀ ਰੋਟੀ ਸੰਸਾਰ ਨੂੰ ਦਿੰਦੇ ਹੀ ਆ ਵਾਹਿਗੁਰੂ ਜੀ, ਪਰ ਸਤਿਗੁਰੂ ਜੀ ਵਿਸ਼ੇਸ਼ ਕਰਕੇ ਆਪਣੇ ਸਿੱਖਾਂ ਦੇ ਨਿਤਾ ਪ੍ਰਤੀ ਫਿਰ ਸਹਾਈ ਹੁੰਦੇ ਹਨ। ਕਿਹੜੇ ਸਿੱਖਾਂ ਦੇ ਸਹਾਈ ਹੁੰਦੇ? ਮਹਾਰਾਜ ਕਹਿੰਦੇ ਜਿਨ੍ਹਾਂ ਦੇ ਹਿਰਦੇ ਵਿੱਚ ਸਤਿਗੁਰਾਂ ਦਾ ਪ੍ਰੇਮ, ਸਤਿਗੁਰਾਂ ਦਾ ਭਾਵ, ਭਾਵਨਾ ਮਨ ਦੇ ਵਿੱਚ ਜਿਨ੍ਹਾਂ ਦੇ ਪੈਦਾ ਹੁੰਦੀ ਹੈ, ਉਹਨਾਂ ਸਿੱਖਾਂ ਦੇ ਸਦਾ ਵਾਸਤੇ ਸਤਿਗੁਰੂ ਅੰਗ ਸੰਗ। ਜਿਨ੍ਹਾਂ ਦੇ ਹਿਰਦੇ ਵਿੱਚ ਭਾਵਨਾ ਬਣੀ ਰਹਿੰਦੀ ਆ, ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰੇਮ ਹੁੰਦਾ ਹੈ। ਪ੍ਰੇਮ ਦਾ ਅਰਥ ਮਹਾਂਪੁਰਖਾਂ ਨੇ ਕੀਤਾ ਕਿ ਮੈਂ ਤੋਂ ਪਰੇ ਹੋ ਜਾਣਾ। ਜਿੱਥੇ ਪ੍ਰੇਮ ਹੈ ਉੱਥੇ ਮੈਂ ਨਹੀਂ, ਜਿੱਥੇ ਪ੍ਰੇਮ ਹੈ ਉੱਥੇ ਅਹੰਕਾਰ ਨਹੀਂ, ਉੱਥੇ ਮੈਂ ਨਹੀਂ। ਉੱਥੇ ਤੱਕ ਕਬੀਰ ਮੇਰਾ ਮੁਝ ਮਹਿ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੈ ਮੇਰਾ। ਮੈਂ ਤੋਂ ਪਰੇ ਹੋਣਾ ਪ੍ਰੇਮ। ਜਿਨ੍ਹਾਂ ਦੇ ਅੰਦਰ ਭਾਵਨਾ ਹੈ, ਸ਼ਰਧਾ ਹੈ, ਪ੍ਰੇਮ ਹੈ, ਉਹਨਾਂ ਦੇ ਸਤਿਗੁਰੂ ਜੀ ਖਾਲਸਾ ਜੀ ਸਦਾ ਹੀ ਅੰਗ ਸੰਗ ਰਹਿੰਦੇ ਹਨ। ਆਪਣੇ ਸਿੱਖਾਂ ਨੂੰ ਸਤਿਗੁਰੂ ਜੀ ਸਤਨਾਮ ਦਾ ਸਿਮਰਨ ਦਿੰਦੇ। ਖਾਲਸਾ ਜੀ ਤੁਹਾਨੂੰ ਅਸੀਂ ਸੱਚੇ ਨਾਮ ਦਾ ਸਿਮਰਨ ਦਿੱਤਾ ਹੋਇਆ। ਇਹ ਸਭ ਤੋਂ ਵੱਡੀ ਸ਼ਕਤੀ ਹੈ ਨਾਮ ਦਾ ਸਿਮਰਨ, ਸਭ ਤੋਂ ਵੱਡੀ ਤਾਕਤ ਹੈ ਖਾਲਸਾ ਜੀ ਤੁਹਾਡੇ ਕੋਲੇ ਨਾਮ ਦਾ ਸਿਮਰਨ। ਇਸ ਕਰਕੇ ਤੁਸੀਂ ਸਿਮਰਨ ਕਰੋ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਮਹਾਰਾਜ ਕਹਿੰਦੇ ਨਾਮ ਤੋਂ ਸਿਮਰਨ ਤੋਂ ਉੱਤੇ ਕੋਈ ਵੀ ਨਹੀਂਗਾ ਸਾਧਨ ਦੁਨੀਆ ਦਾ।
नाम तुल कछ अवर ना होए, नानक गुरमुख नाम पावे जन कोय। बहुत शास्त्र बहुत सिमरती, एखे सर्व टढोल, पूजस नाही हर हरे, नानक नाम अमोल। साईं नाम अमोल, कीमना कोई जान दो। नाम अमोलक है। इस करके खालसा जी तुहानू सच्चे नाम का सिमरन दिता होया है, जिस दे बनो नहीं कब दीन। जिस करके तुसी कदी भी दीन ना बनो, कदी भी एवें निम्मो झूने ना बनो, दीन दुखी ना बनो, क्योंकि सिमरन भुल गया तो फिर दीन बनना पवेगा, गरीब बनना पवेगा, दुखी होना पवेगा। जदों सिमरन याद रहा, सिमरन चलता रहा, तो फिर दीन दुखी नहीं होवोगे, फिर नीवें नहीं होना पवेगा, फिर दुखी नहीं होना पवेगा, फिर झुकना नहीं पवेगा, फिर तो तुसी धनाड़ बन जाओगे। सिमरन तो अमीर बना देंदा है, धनाड़ बना देंदा। ओह धनवंत कुलवंत पतवंत जीवन मुक्त, जिस हृदय भगवंत। राजा वो ही नहीं हुंदा जिहड़ा बाहरों जिहदे कोले राज भाग। मारे कहंदे राजा वो भी है जिहड़ा छन विच बैठा, झोपड़ी च बैठा है, जे उहदे अंदर सिमरन है। पंजवें पातशाह ने राजे की व्याख्या करदियां आख्या, जिहदे हिरदे च नाम वसिया होया, जिहदा हिरदा भिजा होया, जैतसरी की वार दा बचन, बसता टूटी झुंपड़ी चीर सब छिन्ना, जात न पत न आदरो उद्यान परमिना, मित्र न इठ धन रूपहीन किश साक न सिन्ना, राजा सगली सृष्टि का हर नाम मन भिन्ना। जिहदा मन नाम विच भिजा होया सारी सृष्टि का राजा, भावें वह फटे पुराने कपड़ियां विच बैठा है, टुट्टी छन विच बैठा होया, दुनिया के राजे आके भी उहदे अगे झुकदे हैं। राजा सगली सृष्टि का हर नाम मन भिन्ना, तिसकी धूड़ मन उधरै, प्रभ होए सो प्रसन्ना। उहदे चरनां दी तां धूड़ी मिल जावे ते मारे कहंदे उधार हो जांदा, पर उहदे चरनां दी धूड़ी भी तां मिलदी जे प्रभ होए सो प्रसन्ना। जे प्रभु श्रेष्ठ प्रसन्न होण, खुश होण, किरपा करन, ते फिर किसी जीव नूं ऐसे गुरमुख दे चरनां दी धूड़ मिलदी है। सतगुरु कहंदे सिमरन दिता खालसा जी तुहानू, सिमरन कर करके कदी भी दीन ना बनो, चढ़दी कला विच रहियो। ते धरती दा राज भाग करन वास्ते तुहाडे हत्थां विच शस्त्र दिते, हथियार दिते हन। जे तुसी धर्म युद्ध करदियां होइआं, हक सच दी लड़ाई करदियां होइआं, जंग दे मैदान दे विच लड़ के शहीद हो जाओगे, ते फिर सचखंड पहुंच जाओगे। महाराज कहन लगे हो माता स्वरूप जो परमेश्वर है, ओदी गोदी विच तुहानू पाया होया। महाराज साहब ने परमेश्वर वाहिगुरु जी नूं माता भी आख्या ते पिता भी आख्या। साध संगत, वाहिगुरु जी नूं देव आख्या ते उसनूं देवी भी आख्या, देवी मात। जदों ऐसा बचन आ जाता ना किते, फिर कई बारी शंका, कई बारी ऐसा हो जाता भी ये देवी माता दा विच क्यों जिक्र आ गया। पर महाराज साहब बाणी च सारे शंके दूर किए। सतगुरु कहंदे भाई ऐसा भेद नहीं गा कोई परमेश्वर दे विच, ओनू माता कह लियो, ओनू पिता कह लो, मां भी आ प्यो भी आ। महाराज ने बाणी च ते सारे नावां दे नाल संबोधन किया वाहिगुरु जी, किते ओनू यार भी आख्या वा, यार वे प्रे हब्बे सखियां मुँह कही ना जे ही आ। किते सज्जन भी आख्या, सज्जन सच्चा पातशाह, सच्चा पातशाह भी आख्या। सिर साहां दे साहो, जिस पास बैठिया सो ही है सबना दा वे साह। किते मारे कहंदे तू मेरा पिता, तू है मेरा माता, तू मेरा बंधप, रिश्तेदार भी आख्या, तू ही मेरा बंधप है। भरा भी आख्या, तू मेरा भराता, तू मेरा राखा, पहरेदार भी आ, राखा भी आ। तू मेरा राखा सबनी थाई, तां भौके हा काड़ा जीओ। तो सारे ही रिश्ते मारे कहंदे भाई उहदे नाल जोड़े जा सकदे हो, सब कुछ ही आ। उहनूं यार कह लो, सज्जन कह लो, मित्र प्यारा भी कहंदे महाराज। मित्र प्यारे नूं हाल मुरीदां दा कहना, तुद बिन रोग रजाइयां दा ओढ़ण, नाग निवासां दे रहना। सूल सुराही खंजर प्याला, बिंग कसाइयां दा सहना,
ਯਾਰੜੇ ਦਾ ਸਾਨੂੰ ਸੱਥਰ ਚੰਗਾ, ਭੱਠ ਖੇੜਿਆਂ ਦਾ ਰਹਿਣਾ। ਇਸ ਕਰਕੇ ਮਹਾਰਾਜ ਸਾਹਿਬ ਮਾਤਾ ਵੀ ਕਹਿੰਦੇ, ਮਾਤਾ ਬੱਚੇ ਨੂੰ ਗੋਦੀ ਵਿੱਚ ਰੱਖਦੀ ਨਾ, ਲਾਡ ਲਡਾਉਂਦੀ ਆ, ਪਾਲਦੀ ਹੈ। ਮਹਾਰਾਜ ਕਹਿੰਦੇ ਉਹ ਪਰਮੇਸ਼ਰ ਮਾਤਾ ਸਰੂਪ ਹੈ, ਉਹਦੀ ਗੋਦੀ ਵਿੱਚ ਪਾਇਆ ਖਾਲਸਾ ਜੀ ਤੁਹਾਨੂੰ। ਜਿਵੇਂ ਮਹਾਰਾਜ ਆਪਣੀ ਬਾਣੀ 'ਚ ਕਹਿੰਦੇ ਕਿਰਪਾ ਕਰੀ ਹਮ ਪਰ ਜਗ ਮਾਤਾ, ਉਹ ਜਗ ਦੀ ਮਾਤਾ ਨੇ ਸਾਡੇ ਤੇ ਕਿਰਪਾ ਕੀਤੀ, ਵਾਹਿਗੁਰੂ ਨੇ ਕਿਰਪਾ ਕੀਤੀ। ਗ੍ਰੰਥ ਕਰਾ ਪੂਰਨ ਸੁਭ ਰਾਤਾ, ਤਾਂ ਫਿਰ ਅਸੀਂ ਇਹ ਬਾਣੀ ਦਾ ਗ੍ਰੰਥ ਸੰਪੂਰਨ ਕੀਤਾ। ਤਾਂ ਮਹਾਰਾਜ ਕਹਿੰਦੇ ਉਹ ਮਾਤਾ ਸਰੂਪ ਪਰਮੇਸ਼ਰ ਦੀ ਗੋਦੀ ਵਿੱਚ ਤੁਹਾਨੂੰ ਪਾਇਆ ਹੈ। ਸਾਰਿਆਂ ਨੂੰ ਖਾਲਸਾ ਜੀ ਤੁਹਾਨੂੰ ਅਕਾਲ ਪੁਰਖ ਵਾਹਿਗੁਰੂ ਜੀ ਦੇ ਲੜ ਲਾਇਆ ਹੈ। ਵੇਦਾਂ ਸ਼ਾਸਤਰਾਂ ਦਾ ਜਿਹੜਾ ਨਿਚੋੜ ਹੈ ਨਾ, ਉਹ ਕੱਢ ਕਰਕੇ ਦਿੱਤਾ ਹੈ ਤੁਹਾਨੂੰ। ਗੁਰੂ ਸਾਹਿਬਾਨ ਨੇ ਆਪਣੀ ਬਾਣੀ ਦੇ ਵਿੱਚ ਪ੍ਰਕਾਸ਼ ਕੀਤਾ। ਇਹਦੇ ਤੇ ਵੀ ਸ਼ੰਕਾ ਕਰਦੇ ਕਈ ਵਾਰ ਕਿ ਵੇਖੋ ਜੀ ਇੰਜ ਕਿਉਂ ਕਹਿ ਦਿੱਤਾ ਵੀ ਵੇਦਾਂ ਸ਼ਾਸਤਰਾਂ ਦਾ ਨਿਚੋੜ। ਜਿਹੜੀ ਗੱਲ ਸਾਰੇ ਵੇਦਾਂ ਨੂੰ ਪੜ੍ਹਿਆ ਪਤਾ ਲੱਗਣੀ ਨਾ, ਜਿਹੜੀ ਗੱਲ ਸਾਰੇ ਸ਼ਾਸਤਰਾਂ ਨੂੰ ਪੜ੍ਹਿਆ ਪਤਾ ਲੱਗਣੀ ਨਾ, ਉਹ ਮਹਾਰਾਜ ਸਾਹਿਬ ਜੀ ਨੇ ਇੱਕ ਇੱਕ ਸ਼ਬਦ 'ਚ ਹੀ ਦੱਸ ਦਿੱਤੀ। ਜਿਵੇਂ ਸਤਿਗੁਰੂ ਕਹਿੰਦੇ ਬਹੁ ਸ਼ਾਸਤਰ ਬਹੁ ਸਿਮਰਤੀ, ਪੇਖੇ ਸਰਬ ਢਢੋਲ, ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ। ਹੁਣ ਅਸੀਂ ਸਾਰੇ ਵੇਦਾਂ ਨੂੰ ਤੇ ਸ਼ਾਸਤਰਾਂ ਨੂੰ ਜ਼ਰੂਰ ਪੜ੍ਹਨਾ। ਅਸੀਂ ਸੁਖਮਨੀ ਸਾਹਿਬ ਦਾ ਸ਼ਲੋਕ ਪੜ੍ਹ ਕੇ ਤੇ ਨਿਸ਼ਚਾ ਕਰ ਲਈਏ ਖਾਂ ਵੀ ਮਹਾਰਾਜ ਨੇ ਕਹਿ ਦਿੱਤਾ ਵੀ ਅਸੀਂ ਸਾਰਿਆਂ ਨੂੰ ਢੰਡੋਲਿਆ ਵਾ, ਸਾਰਿਆਂ ਨੂੰ ਫਰੋਲਿਆ ਵਾ, ਤੇ ਸਾਰੇ ਨਾਮ ਨੂੰ ਹੀ ਉੱਤਮ ਕਹਿੰਦੇ, ਨਾਨਕ ਨਾਮ ਅਮੋਲ। ਇਸ ਕਰਕੇ ਗਰੀਬ ਨਵਾਜ ਸਾਹਿਬ ਜੀ ਨੇ ਬਾਣੀ 'ਚ ਇਹ ਥਾਂ ਥਾਂ ਤੇ ਕਿਹਾ ਵੀ ਸਿਮਰਿਤ ਵੇਦ ਪੁਰਾਣ, ਪੁਕਾਰਨ ਪੋਥੀਆਂ, ਨਾਮ ਬਿਨਾ ਸਭ ਕੂੜ ਗਾਲੀ ਹੋਸ਼ੀਆਂ। ਸਤਿਗੁਰੂ ਕਹਿੰਦੇ ਸਾਰਾ ਨਿਚੋੜ ਗੁਰੂ ਸਾਹਿਬਾਂ ਨੇ ਬਾਣੀ ਵਿੱਚ ਖਾਲਸਾ ਜੀ ਆਪ ਜੀ ਨੂੰ ਬਖਸ਼ਿਆ ਹੈ। ਇਸ ਕਰਕੇ ਧੁਰ ਕੀ ਬਾਣੀ ਉਚਾਰਨ ਕੀਤੀ ਹੋਈ ਸਤਿਗੁਰਾਂ ਦੀ ਬਾਣੀ ਨੂੰ ਪੜ੍ਹੋ ਵੀ ਸ਼ਰਧਾ ਨਾਲ, ਸੁਣੋ ਵੀ, ਤੇ ਗੁਰੂ ਕੀ ਬਾਣੀ ਉਪਦੇਸ਼ ਨੂੰ ਆਪਣੇ ਜੀਵਨ ਵਿੱਚ ਕਮਾਓ ਵੀ। ਤੇ ਫਿਰ ਗੁਰੂ ਕੇ ਲੋਕ ਵਿੱਚ ਖਾਲਸਾ ਜੀ ਤੁਸੀਂ ਵੀ ਬਿਨਾਂ ਸ਼ੱਕ ਤੋਂ ਪਹੁੰਚ ਜਾਓਗੇ। ਹੁਣ ਜਿਹੜੇ ਲੋਕ ਵਿੱਚ ਅਸੀਂ ਜਾਣਾ ਹੈ ਨਾ, ਸੱਚਖੰਡ ਦਰਬਾਰ ਵਿੱਚ ਹੁਣ ਅਸੀਂ ਪਹੁੰਚਣਾ ਹੈ, ਜੋਤੀ ਜੋ ਸਮਾਉਣਾ ਹੈ, ਤੁਸੀਂ ਗੁਰਬਾਣੀ ਨੂੰ ਪੜ੍ਹੋ, ਸੁਣੋ, ਕਮਾਓ, ਖਾਲਸੇ ਦੀ ਰਹਿਤ ਰੱਖੋ, ਤੇ ਕੋਈ ਸ਼ੱਕ ਨਹੀਂ ਤੁਸੀਂ ਵੀ ਸਾਡੇ ਕੋਲ ਹੀ ਆ ਜਾਓਗੇ। ਐਸਾ ਉਪਦੇਸ਼ ਕਲਗੀਧਰ ਪਾਤਸ਼ਾਹ ਨੇ ਖਾਲਸੇ ਨੂੰ ਦਿੱਤਾ। ਹੋਰ ਵੀ ਉਪਦੇਸ਼ ਦਿੱਤਾ। ਫਿਰ ਕਿਵੇਂ ਮਹਾਰਾਜ ਸੱਚਖੰਡ ਬਿਆਨਾ ਕਰਦੇ, ਅਗਲੇ ਪ੍ਰਸੰਗਾਂ ਦੇ ਵਿੱਚ ਸਾਧ ਸੰਗਤ ਜੀ ਇਹ ਗਾਥਾ ਆਵੇਗੀ। ਗੁਰੂ ਜੀ ਦੇ ਪਾਵਨ ਇਤਿਹਾਸ ਦੀ ਵਿਚਾਰ ਸਾਂਝੀ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਦੇਣੀ। ਦੇਹੋ ਸੱਜਣ ਅਸੀਸ ਅੜੀਆਂ, ਜਿਉ ਹੋਵੈ ਸਾਹਿਬ ਸਿਉ ਮੇਲ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਵਾਹਿਗੁਰੂ 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 ਵਾਹਿਗੁਰੂ। ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ,
प्राणनाथ अनाथ सखे दीन दर्द निवार। हे समरथ अगम पूरन मोहे मैं आतार। अंधकूप महापयान नानक पारे उतार। आए प्रभ शरणागति कृपा नित दयाल। एक अक्षर हर मन बसत नानक होत निहाल। कथा निता प्रत होत है सुनहो सिंह सुजान। नानक गुर गोबिंद सिंह जी सदा करे। नानक गुर गोबिंद सिंह जी सदा करे कल्याण। वाहिगुरु जी का खालसा वाहिगुरु जी की फतेह। सत श्री अकाल। वाहिगुरु जी का खालसा वाहिगुरु जी की फतेह।